ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹਿਲਾ ਤੀਜਾ। ਏਕਾ ਜੋਤ ਜੋਤ ਹੈ ਸ਼ਰੀਰਾ, ਏਕਾ ਜੋਤ ਜੋਤ ਹੈ ਸ਼ਰੀਰਾ। ਸ਼ਬਦ ਦਿਖਾਏ ਸਤਿਗੁਰ ਪੂਰਾ, ਸ਼ਬਦ ਦਿਖਾਏ ਸਤਿਗੁਰ ਪੂਰਾ। ਆਪੇ ਫਰਕ ਕੀਤੋਨ ਘਟ ਅੰਤਰ, ਆਪੇ ਫਰਕ ਕੀਤੋਨ ਘਟ ਅੰਤਰ। ਆਪੇ ਬਨਤ ਬਨਾਵਨਿਆ, ਆਪੇ ਬਨਤ ਬਨਾਵਨਿਆ। ਹਉ ਵਾਰੀ ਜੀਉ ਵਾਰੀ, ਹਉ ਵਾਰੀ ਜੀਉ ਵਾਰੀ। ਹਰ ਸੱਚੇ ਕੇ ਗੁਣ ਗਾਵਨਿਆ, ਹਰ ਸੱਚੇ ਕੇ ਗੁਣ ਗਾਵਨਿਆ। ਬਾਜ ਗੁਰੂ ਕੋ ਸਹਿਜ ਨ ਪਾਏ, ਬਾਜ ਗੁਰੂ ਕੋ ਸਹਿਜ ਨ ਪਾਏ। ਗੁਰਮੁਖ ਸਹਿਜ ਸਮਾਵਨਿਆ, ਗੁਰਮੁਖ ਸਹਿਜ ਸਮਾਵਨਿਆ। ਰਹਾਉ ਰਹਾਉ ਤੂੰ ਆਪੇ ਸੋਹੇ ਆਪੇ ਜਗ ਮੋਹੇ, ਤੂੰ ਆਪੇ ਸੋਹੇ ਆਪੇ ਜਗ ਮੋਹੇ। ਤੂੰ ਆਪੇ ਨਦਰੀ ਜਗਤ ਪਰੋਹੇ, ਤੂੰ ਆਪੇ ਨਦਰੀ ਜਗਤ ਪਰੋਵੇਂ। ਤੂੰ ਆਪੇ ਦੁਖ ਸੁਖ ਦੇਵ ਹੈ ਕਰਤੇ, ਤੂੰ ਆਪੇ ਦੁਖ ਸੁਖ ਦੇਵੈ ਕਰਤੇ। ਗੁਰਮੁਖ ਹਰ ਦੇਖਾਵਨਿਆ, ਗੁਰਮੁਖ ਹਰਿ ਦੇਖਾਵਣਿਆ। ਆਪੇ ਕਰਤਾ ਕਰੇ ਕਰਾਏ, ਆਪੇ ਕਰਤਾ ਕਰੇ ਕਰਾਏ। ਆਪੇ ਸ਼ਬਦ ਗੁਰ ਮਨ ਵਸਾਏ, ਆਪੇ ਸ਼ਬਦ ਗੁਰ ਮਨ ਵਸਾਏ। ਸ਼ਬਦੇ ਉਪਜੈ ਅੰਮ੍ਰਿਤ ਬਾਣੀ, ਸ਼ਬਦੇ ਉਪਜੈ ਅੰਮ੍ਰਿਤ ਬਾਣੀ। ਗੁਰਮੁਖ ਆਖ ਸੁਨਾਵਨਿਆ, ਗੁਰਮੁਖ ਆਪ ਸੁਨਾਵਣਿਆ। ਆਪੇ ਕਰਤਾ ਆਪੇ ਭੁਗਤਾ, ਆਪੇ ਕਰਤਾ ਆਪੇ ਭੁਗਤਾ। ਬੰਧਨ ਤੋੜੇ ਸਦਾ ਹੈ ਮੁਕਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਸਦਾ ਮੁਕਤ ਆਪੇ ਹੈ ਸੱਚਾ, ਸਦਾ ਮੁਕਤ ਆਪੇ ਹੈ ਸੱਚਾ। ਆਪੇ ਅਲਖ ਲਖਾਵਨਿਆ, ਆਪੇ ਅਲਖ ਲਖਾਵਣਿਆ। ਆਪੇ ਮਾਇਆ ਆਪੇ ਛਾਇਆ, ਆਪੇ ਮਾਇਆ ਆਪੇ ਛਾਇਆ। ਆਪੇ ਮੋਹ ਸਭ ਜਗਤ ਉਪਾਇਆ, ਆਪੇ ਮੋਹ ਸਭ ਜਗਤ ਉਪਾਇਆ। ਆਪੇ ਗੁਣ ਦਾਤਾ ਗੁਣ ਗਾਵੈ ਆਪੇ, ਆਪੇ ਗੁਣ ਦਾਤਾ ਗੁਣ ਗਾਵੇ ਆਪੇ। ਆਪੇ ਗੁਣ ਦਾਤਾ ਗੁਣ ਗਾਵੈ, ਆਪੇ ਗੁਣ ਦਾਤਾ ਗੁਣ ਗਾਵੇ। ਆਪੇ ਆਖ ਸੁਨਾਵਨਿਆ। ਆਪੇ ਆਖ ਸੁਨਾਵਣਿਆ। ਆਪਾਂ ਨੇ ਪਹਿਲਾਂ ਆਪੇ ਦੂਜੇ ਪਹਿਲੇ ਪਾਸੇ ਲਾਤਾ ਸੀਗਾ, ਕਰਕੇ ਆਪੇ ਇੱਧਰ ਲੱਗਣਾ ਸੀਗਾ। ਦੇਖੋ ਜਦੋਂ ਪਾਠ ਕਰਦੇ ਹਾਂ ਆਪਾਂ ਨੂੰ ਆਪਣੀ ਗਲਤੀ ਦਾ ਖੁਦ ਹੀ ਅਹਿਸਾਸ ਹੋ ਜਾਂਦਾ ਜੇ ਆਪਾਂ ਧਿਆਨ ਦਈਏ, ਬੜਾ ਧਿਆਨ ਨਾਲ ਪੜ੍ਹੀਏ।
आपे गुण दाता गुण गावै, आपे गुण दाता गुण गावै, आपे आख सुनावनिया, आपे आख सुनावनिया, आपे करे कराए आपे, आपे करे कराए आपे, आपे थाप उथापे आपे, आपे थाप उठापे आपे, तुझ ते बाहर कछु न होवै, तुझ ते बाहर कछु न होवै, तू आपे कारੈ लावनिया, तू आपे गारै लावनिया, आपे मारे आप जीवाए, आपे मारे आप जिवाए, आपे मेले मेल मिलाए, आपे मेले मेल मिलाए, सेवा ते सदा सुख पाया, सेवा ते सदा सुख पाया, गुरमुख सहज समावनिया, गुरमुख सहज समावनिया, आपे ऊंचा ऊंचो होई, आपे ऊंचा ऊंचो होई, जिस आप विखाले सो वेखै सोई, जिस आप विखालै सो वेखै कोई, जिस आप विखाले सो वेखै कोई, जिस आप विखालै सो वेखै कोई, जिस आप विखाले सो वेखै कोई, जिस आप विखालै सो वेखै जिस आप विखाले सो वेखै कोई, जिस आप विखाले सो वेखै कोई, नानक नाम वसै कट अंतर, नानक नाम वसै कट अंतर, आपे वेख विखालनिया। आपे ਵੇਖ ਵਿਖਾਲਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਪਾਤਸ਼ਾਹ ਮਾਝ ਰਾਗ ਵਿੱਚ 125 ਨੰਬਰ ਪੌਨੇ ਸਾਨੂੰ ਇਹ ਸ਼ਬਦ ਰਾਹੀਂ ਸਮਝਾ ਰਹੇ ਨੇ ਕਿ ਸਭ ਕੁਝ ਉਸ ਪਰਮਾਤਮਾ ਦੇ ਦਾਇਰੇ ਦੇ ਅੰਦਰ ਹੀ ਹੋ ਰਿਹਾ ਹੈ। ਸਭ ਕੁਝ ਪਰਮਾਤਮਾ ਦੇ ਦਾਇਰੇ ਦੇ ਅੰਦਰ ਹੀ ਹੋ ਰਿਹਾ ਹੈ। ਫਰਕ ਸਿਰਫ ਇਹ ਹੈ, ਬਾਹਰ ਕੋਈ ਚੀਜ਼ ਨਹੀਂ ਹੋ ਰਹੀ, ਚਾਹੇ ਕੋਈ ਮਨਮੁਖ ਕੰਮ ਕਰ ਰਿਹਾ, ਚਾਹੇ ਕੋਈ ਗੁਰਮੁਖ ਕੰਮ ਕਰ ਰਿਹਾ, ਹੋ ਉਸ ਪਰਮਾਤਮਾ ਦੇ ਦਾਇਰੇ ਵਿੱਚ ਰਿਹਾ। ਪਰ ਫਰਕ ਸਿਰਫ ਇੰਨਾ ਕਿ ਹੈ, ਇੱਕ ਨੇ ਆਪਣਾ ਕੋਚ ਬਣਾ ਰੱਖਿਆ ਆਪਣੇ ਗੁਰੂ ਨੂੰ, ਇੱਕ ਨੇ ਆਪਣਾ ਕੋਚ ਆਪਣੇ ਮਨ ਨੂੰ ਬਣਾ ਰੱਖਿਆ। ਦੋ ਤਰ੍ਹਾਂ ਦੀਆਂ ਟੀਮਾਂ ਖੇਡਦੀਆਂ ਨੇ, ਦੋ ਤਰ੍ਹਾਂ ਦੇ ਖਿਡਾਰੀ ਖੇਡਦੇ ਨੇ ਗੇਮ ਦੇ ਵਿੱਚ। ਇੱਕ ਹੁੰਦੇ ਨੇ ਜਿਹੜੇ ਆਪਣੇ ਗੁਰੂ ਨੂੰ ਆਪਣਾ ਕੋਚ ਬਣਾ ਕੇ ਉਸ ਤਰੀਕੇ ਨਾਲ ਸਿੱਖਿਆਵਾਂ ਲੈ ਕੇ ਗੇਮ ਖੇਡਦੇ ਨੇ। ਇੱਕ ਹੁੰਦੇ ਨੇ ਮਨ ਦੇ ਮਗਰ ਚੱਲਣ ਵਾਲੇ, ਜੋ ਮਨ ਅਨੁਸਾਰ ਸਿੱਖਿਆਵਾਂ ਲੈ ਕੇ ਗੇਮ ਖੇਡਦੇ ਨੇ। ਪਰ ਉਹ ਖਿਡਾਰੀ ਖੇਡਦਾ ਉਸ ਮੈਦਾਨ ਦੇ ਵਿੱਚ ਹੀ ਨੇ ਨਾ, ਉਸ ਮੈਦਾਨ ਤੋਂ ਬਾਹਰ ਤਾਂ ਨਹੀਂ ਖੇਡਦੇ। ਇਸੇ ਤਰ੍ਹਾਂ ਆਪਾਂ ਲੋਕ ਆ, ਕੋਈ ਚੰਗਾ ਕਰ ਰਿਹਾ, ਕੋਈ ਮੰਦਾ ਕਰ ਰਿਹਾ, ਪ੍ਰਕਾਰ ਇੱਕ ਦਾਇਰੇ 'ਚ ਰਿਹਾ, ਇਸ ਤੋਂ ਬਾਹਰ ਉਹ ਨਹੀਂ ਜਾ ਸਕਦਾ। ਪਰ ਕਿਸੇ ਨੇ ਕੋਚ ਆਪਣਾ ਗੁਰੂ ਨਾਨਕ ਜੀ ਨੂੰ ਬਣਾ ਲਿਆ, ਚੰਗੇ ਗੁਣਾਂ ਨੂੰ ਬਣਾ ਲਿਆ, ਸ਼ਬਦ ਨੂੰ ਕੋਚ ਬਣਾ ਲਿਆ ਆਪਣਾ। ਕਿਸੇ ਨੇ ਗਾਣਿਆਂ ਨੂੰ, ਫਿਲਮਾਂ ਨੂੰ, ਫਿਲਮਾਂ ਵਿੱਚ ਕੰਮ ਕਰਨ ਵਾਲੇ ਐਕਟਰਸਾਂ ਨੂੰ ਜੋ ਗਲਤ ਮਲਤ ਚੀਜ਼ਾਂ ਸਿਖਾਉਂਦੇ ਨੇ ਐਡਵਰਟਾਈਜ਼ਮੈਂਟ ਰਾਹੀਂ ਜਾਂ ਫਿਲਮਾਂ ਗਾਣਿਆਂ ਰਾਹੀਂ, ਕਈਆਂ ਨੇ ਉਹਨੂੰ ਆਪਣਾ ਕੋਚ ਬਣਾ ਲਿਆ, ਆਪਣੇ ਮਨ ਨੂੰ ਭਾਵ ਆਪਣਾ ਕੋਚ ਬਣਾ ਲਿਆ। ਹੁਣ ਅਸੀਂ ਦੇਖਣਾ ਹੈ, ਖੇਡ ਦੁਨੀਆ ਸਾਰੀ ਰਹੀ ਹੈ, ਖੇਡ ਖੇਡ ਕੇ ਸਭ ਨੇ ਖੇਡ ਖਤਮ ਕਰਕੇ ਚਲੇ ਜਾਣਾ ਵੀ ਤੁਸੀਂ ਗੇਮ ਕੈਸੀ ਖੇਡ ਕੇ ਜਾਣਾ। ਤੁਸੀਂ ਗੇਮ, ਜਿਹੜੀ ਗੇਮ ਉਸ ਕਰਤੇ ਨੂੰ ਪਸੰਦ ਆਉਂਦੀ ਆ ਉਹ ਖੇਡ ਕੇ ਜਾਣਾ, ਜਾਂ ਜਿਹੜੀ ਗੇਮ ਬਸ ਸਮਾਂ ਨਿਗਾਰੀ ਆ ਉਹ ਖੇਡ ਕੇ ਜਾਣਾ। ਇਹ ਸਾਡੇ ਹੱਥ 'ਚ ਹੈ। ਤਾਂ ਹੀ ਗੁਰੂ ਜੀ ਨੇ ਸਾਨੂੰ ਕਿਹਾ ਸੀ, ਆਪਾਂ ਜੇ ਧਿਆਨ ਨਾਲ ਗੁਰਬਾਣੀ ਦੇ ਇੱਕ ਇੱਕ ਪੱਖ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਜੀ ਕਹਿੰਦੇ ਮਾਇਆ ਮਗਰ ਨਾ ਭੱਜ, ਕੰਮਾਂ ਨੂੰ ਪੈਸੇ ਲਈ ਨਾ ਕਰ, ਕੰਮਾਂ ਨੂੰ ਸਿਰਫ ਪੈਸੇ ਲਈ ਨਾ ਕਰ। ਕਾਰਜ ਕਰਨੇ ਨੇ ਤੈਨੇ ਢਿੱਡ ਭਰਨਾ ਆਪਣਾ, ਕਾਰਜ ਕਰਨੇ ਨੇ ਤੈਨੇ ਤਨ 'ਤੇ ਕੱਪੜੇ ਪਾਉਣੇ ਨੇ, ਕਾਰਜ ਕਰਨੇ ਨੇ ਤੈਨੇ ਰਹਿਣ ਲਈ ਜਗ੍ਹਾ ਬਣਾਉਣੀ ਹੈ। ਕਾਰਜ ਕਰਨੇ ਨੇ, ਇਹ ਨਹੀਂ ਕਿ ਨਹੀਂ ਕਰਨੇ, ਪਰ ਸਿਰਫ ਇਹਨਾਂ ਚੀਜ਼ਾਂ ਵਾਸਤੇ ਹੀ ਕਾਰਜ ਨਾ ਕਰ। ਗੁਰੂ ਜੀ ਕਹਿੰਦੇ ਆਪਣੇ ਸਮੇਂ ਨੂੰ ਦੋ ਭਾਗਾਂ 'ਚ ਵੰਡ ਲੈ। ਆਪਣੇ ਸਮੇਂ ਨੂੰ ਇੱਕ ਤਾਂ ਆਪਣੇ ਜਿਉਂਦੇ ਰਹਿਣ ਲਈ,
ਸਰੀਰ ਨੂੰ ਚਲਾਉਣ ਲਈ ਕਾਰਜ ਕਰ। ਇੱਕ ਕਾਰਜ ਕਰ ਆਪਣੇ ਮਨ ਨੂੰ ਜਗਾਉਣ ਲਈ, ਆਪਣੇ ਦਿਮਾਗ ਨੂੰ ਜਗਾਉਣ ਲਈ ਅੰਦਰਲੀ ਖੋਜ ਕਰ, ਜੋ ਸਾਨੂੰ ਗੁਰੂ ਜੀ ਸਮਝਾ ਰਹੇ ਨੇ। ਕਿਉਂਕਿ ਚਾਹੇ ਕਿਸੇ ਨੇ ਪੈਸਾ ਬਹੁਤ ਕਮਾ ਲਿਆ ਪਰ ਚਲਾ ਉਹ ਵੀ ਗਿਆ, ਕਿਸੇ ਨੇ ਘੱਟ ਕਮਾਇਆ ਚਲਾ ਉਹ ਵੀ ਗਿਆ। ਜਿਵੇਂ ਅੱਜ ਦੇ ਅਖਬਾਰ ਦੇ ਵਿੱਚ ਆਪਾਂ ਖਬਰ ਪੜ੍ਹੇ, ਕੋਈ ਬੋੜਾ ਨੇੜੇ ਕੋਈ ਪਿੰਡ ਹੈ, ਉੱਥੇ ਗਰੀਬ ਪਰਿਵਾਰ ਦੀ ਛੱਤ ਗਿਰ ਗਈ, ਇੱਕ ਕਿਸਮ ਦਾ 2 ਮਹੀਨੇ ਦੀ ਗਰਭਵਤੀ ਉਹ ਕੁੜੀ ਦੀ ਡੈਥ ਹੋ ਗਈ। ਅੱਜ ਦੇ ਅਖਬਾਰ 'ਚ ਖਬਰ ਹੈ। ਬੰਦਾ ਵੀ ਵਿੱਚ ਦਬ ਗਿਆ ਸੀ। ਹੁਣ ਇਹ ਖੋਜ ਜਾਂ ਇਹ ਕਾਰਜ ਦੇਖੋ, ਆਪਾਂ ਇਸ ਲਈ ਨਹੀਂ ਕਹਿੰਦੇ ਕਿ ਲੋਕਾਂ ਨੂੰ ਖੱਟੂ ਵਾਲੇ ਕੰਮ ਕਰਦੇ ਆ। ਹੁਣ ਆਪਾਂ ਨੇ ਸੋਚਣਾ ਵੀ ਇੱਕ ਪਿੰਡ ਦੇ ਬੰਦੇ ਆਪਣੇ ਪਿੰਡ ਦੇ ਕਿਸੇ 1-2 ਗਰੀਬ ਪਰਿਵਾਰ ਦੀ ਛੱਤ ਨਹੀਂ ਪਵਾ ਸਕਦੇ, ਜਿਹਦੇ ਉੱਪਰ ਕਿੱਡਾ ਖਰਚਾ ਆਉਣਾ। ਕੋਈ ਬਹੁਤ ਵੱਡਾ ਖਰਚਾ ਨਹੀਂ ਆਉਂਦਾ ਜੀ ਇੱਕ ਕਮਰੇ ਦੀ ਛੱਤ ਪਵਾ ਦੀ, ਇੱਥੇ ਕਿਸੇ ਬੰਦੇ ਸੋਣਾ ਹੈ। ਕਿਉਂਕਿ ਆਮ ਤੌਰ 'ਤੇ ਆਪਾਂ ਪਿੰਡਾਂ 'ਚ ਵੀ ਦੇਖਦੇ ਹਾਂ, ਜੋ ਗਰੀਬ ਪਰਿਵਾਰ ਨੇ ਇੱਕ ਹੀ ਕਮਰਾ ਹੀ ਹੁੰਦਾ ਹੈ, ਇੱਕ ਕਮਰਾ, ਰਸੋਈ, ਬਾਥਰੂਮ, ਵੱਧੋ ਵੱਧ ਚੀਜ਼ਾਂ ਹੁੰਦੀਆਂ ਨੇ। ਬਾਥਰੂਮ ਵੀ ਉਹਨਾਂ ਦੇ ਕੱਚੇ ਜਿਹੇ ਬਾਹਰ ਪਾ ਕੇ ਟੀਨ ਜਾਂ ਪਾ ਕੇ ਬਣੇ ਹੁੰਦੇ ਨੇ। ਪਰ ਆਪਣੇ ਹਾਲਾਤ ਇਹ ਹੋ ਚੁੱਕੇ ਨੇ, ਆਪਾਂ ਵੱਡੇ ਵੱਡੇ ਗੁਰਦੁਆਰੇ ਸੰਗਮਰਮਰ ਲਾਤਾ, ਅੱਖਾਂ ਮੀਚ ਕੇ ਬਿਨਾਂ ਕੁਛ ਸੋਚੇ ਸਮਝੇ 2-2 3-3 ਗੁਰਦੁਆਰੇ ਖੜੇ ਕਰ ਲਏ ਇੱਕ ਪਿੰਡ ਦੇ ਵਿੱਚ, ਪਰ ਅਸੀਂ ਕਿਸੇ ਗਰੀਬ ਪਰਿਵਾਰ ਦੀ ਛੱਤ ਨਹੀਂ ਪਵਾ ਸਕੇ। ਜਦ ਕਿ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਬਦ ਆਉਂਦਾ ਹੈ, ਹੁਣ ਮੇਰੇ ਦਿਮਾਗ 'ਚ ਨਹੀਂ ਆ ਰਿਹਾ, ਪਰ ਜਿਵੇਂ ਨੀਚਾ ਅੰਦਰ ਨੀਚ, ਨੀਚੀ ਹੂੰ ਆਤਮ ਨੀਚੀ ਹੂੰ ਨੀਚਾ ਕੇ ਸੰਗ ਸਾਥ, ਇੱਦਾਂ ਕੋਈ ਸ਼ਬਦ ਹੈ, ਮਾफ़ ਕਰਨਾ ਗੁਰੂ ਨਾਨਕ ਪਾਤਸ਼ਾਹ ਜੀ, ਮੂੰਹ 'ਚੋਂ ਸ਼ਬਦ ਨਹੀਂ ਆ ਰਹੇ। ਵੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਗਰੀਬਾਂ ਨਾਲ ਜਾਂ ਨੀਚਾਂ ਨਾਲ ਇਹ ਵਾਸਾ ਹੋ ਰਿਹਾ। ਨੀਚਾਂ ਦਾ ਮਤਲਬ ਇਹ ਨਹੀਂ ਕਿ ਆਪਾਂ ਨੀਚ ਸ਼ਬਦ ਕਿਸੇ ਗਲਤ ਤਰੀਕੇ ਨਾਲ ਵਰਤ, ਨੀਚ ਦਾ ਮਤਲਬ ਜੋ ਜ਼ਰੂਰਤਮੰਦ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਉਸ ਪਾਸੇ ਖੜਾਂਗਾ ਜੋ ਸੱਚਮੁੱਚ। ਇੱਕ ਤਾਂ ਹੁੰਦਾ ਲੋਕ ਲਾਭ ਲੈਣ ਵਾਲੇ ਹੁੰਦੇ ਨੇ, ਬਿਨਾਂ ਮਤਲਬ ਤੋਂ ਜ਼ਰੂਰਤਮੰਦ ਬਣ ਜਾਂਦੇ ਨੇ। ਇੱਕ ਉਹਨੇ ਸੱਚਮੁੱਚ ਜ਼ਰੂਰਤਮੰਦ, ਤਾਂ ਬਾਬਾ ਨਾਨਕ ਕਹਿੰਦੇ ਮੈਂ ਉੱਧਰਲੇ ਪਾਸੇ ਖੜ੍ਹਾ ਜਿੱਥੇ ਸੱਚਮੁੱਚ ਲੋੜ ਹੈ। ਅਸੀਂ ਕਿੱਧਰ ਖੜ੍ਹਦੇ ਹਾਂ, ਇੱਧਰ ਪਹਿਲੇ ਹੀ ਰੱਜੇ ਹੋਏ ਲੋਕ ਨੇ। ਅਸੀਂ ਆਪਣੇ ਪੈਸੇ ਨੂੰ, ਧਨ ਨੂੰ ਲੁਟਾਈ ਜਾਂਦੇ ਹਾਂ। ਮਿਸ਼ਨ ਬਣ ਸਕਦਾ ਜੇ ਮਨ 'ਚ ਇੱਛਾ ਪੈਦਾ ਹੋਵੇ, ਇੱਕ ਇੱਕ ਪਿੰਡ ਜਾ ਕੇ ਘਰਾਂ ਦੀ ਪਹਿਚਾਣ ਕਰਕੇ ਜੇ ਪੁਆਈ ਜਾਵੇ, ਮੋਟੀਵੇਟ ਕੀਤਾ ਜਾਵੇ ਲੋਕਾਂ ਨੂੰ, ਤਾਂ ਕੋਈ ਫਰਕ ਨਹੀਂ ਪੈਂਦਾ। ਕੁਝ ਫਰਕ ਨਹੀਂ ਪੈਂਦਾ। ਸ਼ਾਇਦ ਕਿਸੇ ਨੂੰ 1000 2-2000 ਰੁਪਏ ਵੀ ਨਹੀਂ ਘਰ ਨੂੰ ਆਵੇ। ਜੇ ਕਿਸੇ ਪਿੰਡ ਦੇ ਵਿੱਚ ਇੱਕ ਸਾਲ 'ਚ ਇੱਕ ਛੱਤ ਪਾਉਣੀ ਹੋਵੇ ਨਾ, ਜੇ 50 ਘਰ ਵੀ ਨੇ, ਜੇ 1000 2-2000 ਵੀ ਪਾਇਆ ਤਾਂ 50,000 ਲੱਖ ਰੁਪਇਆ ਹੋ ਗਿਆ। ਜੇ 50 ਘਰ ਨੇ ਤੇ ਲੱਖ ਰੁਪਏ ਨਾਲ ਇੱਕ ਛੱਤ ਬੜੇ ਆਰਾਮ ਨਾਲ ਵਧੀਆ ਪੈ ਜਾਂਦੀ ਹੈ, ਕਮਰਾ ਪੈ ਜਾਂਦਾ ਇੱਕ ਵਧੀਆ। ਮਤਲਬ ਗੱਲ ਸਾਡੀ ਸੋਚਣ ਦੀ ਹੈ ਵੀ ਸਾਨੂੰ ਬੁੱਧੀ ਕੀ ਮਿਲਦੀ ਹੈ, ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਅਸੀਂ ਕਈ ਵਾਰੀ ਐਸੀਆਂ ਚੀਜ਼ਾਂ ਦੇ ਉੱਪਰ ਮਨਾ ਮੂੰਹ ਖਰਚਾ ਕਰੀ ਜਾਂਦੀਆਂ ਸਾਨੂੰ ਲੋੜ ਨਹੀਂ। ਸੋਚ ਕੇ ਦੇਖੋ, ਆਪਣੇ ਘਰ 'ਚ ਆਪਾਂ ਸੋਚੀਏ, ਧਨ ਦੀ ਉਹ ਗੱਲ ਕਰੀਏ, ਫਲਾਣੀਆਂ ਚੀਜ਼ਾਂ ਦੀ ਗੱਲ ਕਰੀਏ, ਪਰ ਕਿੰਨਾ ਕੁਛ ਅਜੀਬ ਜਿਹੇ ਤਰੀਕੇ ਨਾਲ ਖਰਚ ਕਰ ਦਿੰਦੇ ਆ ਬਿਨਾਂ ਦੇਖੇ, ਜਦ ਕਿ ਉਹੀ 1000 ਜਾਂ 2-2000 ਕਿਸੇ ਦੀ ਛੱਤ ਪਾਉਣ 'ਚ ਮਦਦ ਕਰ ਸਕਦਾ। ਮੋਟੀਵੇਟ ਬਣਾ ਸਕਦੇ ਹੋ ਤੁਸੀਂ, ਆਪਣੇ ਲੇਡੀਜ਼ ਇਕੱਠੀਆਂ ਹੋ ਸਕਦੇ ਹੋ, ਇਕੱਠਾ ਕਰਕੇ ਮੋਟੀਵੇਟ ਕਰ ਸਕਦੇ ਹੋ ਇੱਕ ਦੂਜੇ ਨੂੰ। ਭਾਈ ਆਪਾਂ ਗੁਰੂ ਨਾਨਕ ਸਾਹਿਬ ਚੱਲੀਏ, ਇੱਕ ਟੀਮ ਬਣਾਈਏ ਜਿਹਦੇ ਵਿੱਚ ਸਾਰੇ ਸ਼ਾਮਿਲ ਹੋਵੋ, ਜਵਾਕਾਂ ਨੂੰ ਸ਼ਾਮਿਲ ਕਰੋ, ਆਪਣੇ ਨਾਲ ਦੇ ਲੇਡੀਜ਼ ਨੂੰ ਗੁਰਬਾਣੀ ਅਨੁਸਾਰ ਸਮਝਾਓ ਇਹ ਗੱਲਾਂ। ਇੱਕ ਟੀਮ ਬਣਾਓ, ਗੁਰਬਾਣੀ ਦੇ ਜਿਹੜੇ 2 ਸਾਲਾ ਕੋਰਸ ਨੇ ਉਹ ਤੁਸੀਂ ਮਿਲ ਕੇ ਕਰ ਸਕਦੇ ਹੋ, ਤੁਸੀਂ ਲਾਗ ਲਾ ਸਕਦੇ ਹੋ। ਆਇਆ ਮੋਟੀਵੇਸ਼ਨ। ਮੂੰਹ ਕਿਵੇਂ ਸਾਫ਼ ਕਰਨਾ, ਇਹ ਲਾਗ ਲਗਾਉਂਦੇ ਆ। ਭਾਰ ਘਟਾਉਣਾ ਵਧਾਉਣਾ ਕਿਵੇਂ, ਇਹ ਲਾਗ ਲਗਾਉਂਦੇ ਆ। ਬਾਹਰੋਂ ਲਾਗ ਲਗਾ ਕੇ ਆਉਂਦੇ ਆ ਵੀ ਕਿਹੜੀ ਗੇਮ ਲੈ ਕੇ ਆਉਣੀ ਹੈ, ਕਿਹੜਾ ਸਮਾਨ ਲੈ ਕੇ ਆਉਣਾ, ਇੱਕ ਦੂਜੇ ਨੂੰ ਦੇਖ ਕੇ। ਪਰ ਇਹ ਲਾਗ ਲਗਾਈਏ ਵੀ ਚਲੋ ਆਪਾਂ ਕਿਸੇ ਨੂੰ ਬੰਦਾ ਵਧੀਆ ਬਣਾਈਏ, ਆਪਣੇ ਆਪ ਨੂੰ ਵੀ ਅਤੇ ਦੂਜਿਆਂ ਨੂੰ ਵੀ। 2 ਸਾਲਾ ਕੋਰਸ ਆਪ ਵੀ ਕਰੀਏ, ਬਾਕੀਆਂ ਨੂੰ ਵੀ ਕਰਾਈਏ। ਬੱਚਿਆਂ ਨੂੰ ਸਹਿਜ ਪਾਠ ਕਰਨ ਦੀ ਆਦਤ ਪਾਉਣ ਲਈ ਉਪਰਾਲੇ ਕਰੀਏ। ਇਹ ਕਰਨੇ ਪੈਣੇ ਨੇ। ਜੇ ਔਰਤਾਂ ਇਹ ਕਾਰਜ ਨੂੰ ਫੜ ਲੈਣ, ਕੰਮ ਸੌਖੇ ਹੋ ਜਾਣ ਬੰਦਿਆਂ ਨਾਲੋਂ। ਕਿਉਂਕਿ ਔਰਤ ਘਰੇ ਹੁੰਦੀ ਹੈ, ਇੱਕ ਦੂਜੇ ਨਾਲ ਗੱਲ ਵੀ ਕਰਦੀ ਹੈ, ਇੱਕ ਦੂਜੇ ਨੂੰ ਮੋਟੀਵੇਟ ਕਰ ਸਕਦੀ ਹੈ। ਗੱਲ ਹੈ ਦਿਲ ਤੋਂ ਕਰਨ ਦੀ, ਦਿਖਾਵਾ ਕਰਨ ਦੀ ਨਹੀਂ, ਫਿਰ ਫਰਕ ਗੜਬੜ ਹੋ ਜਾਏਗੀ। ਦਿਲ ਤੋਂ ਕਰਨ ਦੀ, ਦੱਸਣ ਦਾ, ਰਾਹ ਦਿਖਾਉਣ ਦਾ ਨਹੀਂ। ਅਸੀਂ ਮਾੜੇ ਦੁੱਖਾਂ ਕਰਕੇ ਗੁਰੂ ਨੂੰ ਛੱਡ ਕੇ ਭੱਜ ਜਾਂਦੇ ਹਾਂ, ਜਦ ਕਿ ਗੁਰਬਾਣੀ ਨੂੰ ਤਾਂ ਅਸੀਂ ਇੱਕ ਪੱਖ ਨੂੰ ਖੁਦ ਜੀਣਾ ਸੀ ਅਤੇ ਦੂਜਿਆਂ ਨੂੰ ਸਮਝਾਉਣਾ ਸੀ।
ਗੁਰੂ ਜੀ ਕਹਿੰਦੇ ਨੇ ਸ਼ਬਦ ਵਿੱਚ ਆਪਾਂ ਹੁਣ ਚਲੋ ਸ਼ਬਦ ਵੱਲ ਆਉਂਦੇ ਹਾਂ। ਪੂਰਾ ਸ਼ਬਦ ਹੀ ਸਾਨੂੰ ਪ੍ਰਮਾਤਮਾ ਨਾਲ ਜੋੜ ਰਿਹਾ ਹੈ। ਏਕਾ ਜੋਤ ਜੋਤ ਹੈ ਸ਼ਰੀਰਾ, ਇੱਕ ਹੀ ਜੋਤ ਹੈ ਤੇ ਹਰ ਇੱਕ ਸਰੀਰ ਵਿੱਚ ਉਹੀ ਜੋਤ ਹੈ। ਗੁਰੂ ਜੀ ਕਹਿੰਦੇ ਉਹ ਕਰਤਾਰ ਹਰ ਇੱਕ ਸਰੀਰ ਵਿੱਚ ਆਪ ਹੀ ਵਸ ਰਿਹਾ ਹੈ, ਉਹੀ ਵਿਆਪਕ ਹੈ ਤੇ ਸਾਰਿਆਂ ਵਿੱਚ ਇੱਕ ਹੀ ਜੋਤ ਹੈ। ਜੇ ਇੰਨੀ ਕੁ ਪੰਕਤੀ ਸਾਨੂੰ ਸਮਝ ਆ ਜਾਵੇ, ਅਸੀਂ ਕਿਸੇ ਨਾਲ ਬੁਰਾ ਦਵੇਸ਼, ਕਿਸੇ ਨਾਲ ਠੱਗੀ ਮਾਰਨੀ, ਕਿਸੇ ਦਾ ਨੁਕਸਾਨ ਕਰਨਾ, ਉਹਦੇ ਬੰਦ ਕਰ ਦਾਂਗੇ। ਧਿਆਨ ਸ਼ਬਦ ਦਿਖਾਏ ਸਤਿਗੁਰ ਪੂਰਾ ਸਤਿਗੁਰੂ ਹੀ ਸ਼ਬਦ ਦੁਆਰਾ ਇਹ ਚੀਜ਼ ਸਾਨੂੰ ਦਿਖਾਉਂਦਾ ਹੈ ਕਿ ਭਾਈ ਸਾਰਿਆਂ 'ਚ ਇੱਕ ਹੀ ਜੋਤ ਹੈ ਤੇ ਸਰੀਰ ਸਾਰੇ ਇੱਕ ਹੀ ਜੋਤ ਦੇ ਬਣੇ ਨੇ। ਸਮਝ ਪਰ ਸ਼ਬਦ ਆਪਾਂ ਨੂੰ ਦਿਖਾਉਂਦਾ ਵੀ ਹਾਂਜੀ। ਪੂਰਾ ਸਤਿਗੁਰੂ ਪੂਰਾ ਸਤਿਗੁਰੂ ਸ਼ਬਦ ਦੁਆਰਾ ਆਪਾਂ ਨੂੰ ਇਹ ਗੱਲ ਸਮਝਾਉਂਦੇ ਨੇ। ਗਿਆਨ ਦੁਆਰਾ ਸ਼ਬਦ ਕੀ ਹੈ? ਗਿਆਨ ਹੀ ਆਪਾਂ ਸਮਝਾ ਰਹੇ ਨੇ ਨਾ ਗੱਲਾਂ। ਇਹ ਸਮਝਾਉਣਾ ਕੀ ਹੁੰਦਾ? ਗਿਆਨ ਤਰੀਕੇ ਨਾਲ ਹਰ ਇੱਕ ਪੱਖ ਤੋਂ। ਕਿਹੜਾ ਪੱਖ ਨਹੀਂ ਗੁਰੂ ਜੀ ਨੇ ਛੱਡਿਆ, ਸਾਰੇ ਪੱਖਾਂ ਨੂੰ ਕਵਰ ਕਰ ਰਹੇ ਨੇ ਇੱਕ ਵਾਰੀ। ਹਰ ਤਰੀਕੇ ਨਾਲ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਮਝ ਆ ਬੰਦਿਆ, ਤੂੰ ਇੱਕ ਹੀ ਜੋਤ ਹੈ, ਇੱਕ ਦੂਜੇ ਨਾਲ ਵੈਰ ਨਾ ਕਮਾ, ਧੋਖਾ ਨਾ ਕਰ, ਸਮਝ ਕੁਦਰਤ ਨੂੰ। ਜੇ ਤੂੰ ਕੁਦਰਤ ਬਚਾਏਂਗਾ ਤਾਂ ਤੂੰ ਬਚੇਂਗਾ, ਜੇ ਤੂੰ ਕੁਦਰਤ ਦਾ ਨੁਕਸਾਨ ਕਰ ਲੇਂਗਾ ਤਾਂ ਭੁਲੇਖੇ ਨਾਲ ਕੀ ਬਚ ਜਾਏਗਾ। ਪਾਣੀ ਨੂੰ ਬਰਬਾਦ ਕਰਾਂਗੇ, ਇਹ ਨਾ ਸੋਚੀ ਕਿ ਤੂੰ ਵਧੀਆ ਬਣ ਜਾਏਗਾ, ਤੇਰਾ ਫਾਇਦਾ ਹੋ ਜੂ। ਤੁਹਾਡੇ ਆਉਂਦੀ ਆ ਗੱਲ ਇਹ, ਚਾਹੇ ਨਹਾ ਰਹੇ ਹੋ, ਚਾਹੇ ਧੋ ਰਹੇ ਹੋ, ਚਾਹੇ ਕੁਛ ਵੀ ਕਰ ਰਹੇ ਹੋ। ਅਗਰ ਪਾਣੀ ਦੀ ਬਰਬਾਦੀ ਕਰ ਰਹੇ ਹੋ ਤਾਂ ਇਹ ਨਾ ਸੋਚਿਓ ਤੁਹਾਡਾ ਫਾਇਦਾ ਹੋ ਰਿਹਾ, ਤੁਸੀਂ ਬੜੇ ਇੰਜੋਏ ਕਰ ਰਹੇ ਹੋ। ਤੁਹਾਨੂੰ ਤੇ ਮੈਨੂੰ ਉਹਦਾ ਹਿਸਾਬ ਦੇਣਾ ਪੈਣਾ ਹੈ, ਇਹ ਖਿਆਲ ਰੱਖਿਓ ਬਸ। ਆਪੇ ਫਰਕ ਕੀ ਤੋਨ ਘਟ ਅੰਤਰ, ਆਪੇ ਬਨਤ ਬਣਾਵਨਿਆ। ਪਰਮਾਤਮਾ ਨੇ ਸਾਰਿਆਂ ਦੀ ਚੀਜ਼ਾਂ ਦੀ ਬਣਤਰ ਆਪ ਹੀ ਬਣਾਈ ਹੈ ਤੇ ਸਾਰਿਆਂ ਦੇ ਵਿੱਚ ਜਿਹੜਾ ਆਪਾਂ ਨੂੰ ਫਰਕ ਦਿਸਦਾ ਹੈ, ਸ਼ਕਲਾਂ ਦਾ, ਮੂਰਤਾਂ ਦਾ, ਰੰਗ ਰੂਪ ਦਾ, ਇਹ ਵੀ ਕਹਿੰਦੇ ਉਹ ਫਰਕ ਉਸਨੇ ਆਪ ਹੀ ਹਰ ਇੱਕ ਸਰੀਰ ਦੇ ਵਿੱਚ ਪਾਇਆ ਹੈ। ਤੇ ਆਤਮਿਕ ਤੌਰ 'ਤੇ ਵੀ, ਮਨ ਦੇ ਤੌਰ 'ਤੇ ਵੀ, ਬੁੱਧੀ ਦੇ ਤੌਰ 'ਤੇ ਵੀ ਹਰ ਇੱਕ 'ਚ ਮਾੜਾ ਮਾੜਾ ਫਰਕ ਆਪਾਂ ਦੇਖਦੇ ਹੀ ਹਾਂ। ਮਤਲਬ ਹਰ ਇੱਕ ਚੀਜ਼ 'ਚ ਪਰਮਾਤਮਾ ਨੇ ਖੁਦ ਹੀ ਇਹ ਬਣਤਰ ਬਣਾਈ ਹੈ, ਹਰ ਇੱਕ ਸਿਸਟਮ ਬਣਾਇਆ। ਪਰ ਗੁਰੂ ਜੀ ਕਹਿੰਦੇ ਜੋਤ ਇੱਕ ਹੀ ਹੈ, ਇਹਨੂੰ ਸਮਝ। ਜੇ ਇੱਕੋ ਤਰ੍ਹਾਂ ਦੇ ਸਭ ਨੂੰ ਬਣਾ ਦਿੰਦਾ ਫਿਰ ਦੁਨੀਆ ਬੋਰ ਹੋ ਜਾਂਦੀ। ਜੇ ਬਿਲਕੁਲ ਡਿੱਟੋ, ਪਵਨ ਕੋ ਜਾਣਨਾ ਸੀ ਵੀ ਕੌਣ ਕੀ ਹੈ। ਹਾਂ ਬੁੱਧੀ ਪੱਖੋਂ ਵੀ ਡਿੱਟੋ ਬਣਾ ਦਿੰਦਾ ਵੀ ਬਸ ਮਸ਼ੀਨ ਤਾਂ ਆਪਾਂ ਮਸ਼ੀਨਾਂ ਬਣ ਜਾਂਦੇ, ਜਿਵੇਂ ਸਾਰੀਆਂ ਮਸ਼ੀਨਾਂ ਸੇਮ ਕੰਮ ਕਰਦੀਆਂ ਨੇ ਤਾਂ ਆਪਾਂ ਮਸ਼ੀਨਾਂ ਬਣ ਜਾਂਦੇ। ਪਰ ਪਰਮਾਤਮਾ ਨੇ ਥੋੜ੍ਹਾ ਜਿਹਾ ਹਿਸਾਬ ਨੇ ਇਸ ਤਰੀਕੇ ਦਾ ਫਰਕ ਪਾਇਆ ਕਿ ਦੁਨੀਆ ਇੰਜੋਏਬਲ ਬਣ ਜਾਵੇ, ਇਸ 'ਚ ਕੋਈ ਮੋਟੀਵੇਸ਼ਨ ਬਣਿਆ ਰਹੇ, ਇਹ ਮਸ਼ੀਨ ਨਾ ਬਣਨ ਇਕੱਲੀ। ਅਗਰ 100 ਕੰਪਿਊਟਰ ਪਿਆ, ਤੁਸੀਂ 100 ਕੰਪਿਊਟਰ ਨੂੰ ਕਮਾਂਡ ਦੇ ਦਿਓ ਇੱਕੋ, 100 ਕੰਪਿਊਟਰ ਇੱਕੋ ਤਰ੍ਹਾਂ ਕੰਮ ਕਰੂਗਾ। ਜੇ 100 ਬੰਦੇ ਬੱਚੇ ਕਲਾਸ 'ਚ ਨੇ, ਉਹਨੂੰ ਇੱਕੋ ਤਰ੍ਹਾਂ ਦੀ ਕਮਾਂਡ ਦਿਓ, ਉਹ ਸਾਰੇ ਬੱਚੇ ਅਲੱਗ ਅਲੱਗ ਕੰਮ ਕਰਨਗੇ। ਕਮਾਂਡ ਇੱਕੋ ਉਹਨਾਂ ਨੂੰ ਵੀ ਦਿੱਤੀ ਹੈ, ਉਹਨਾਂ ਨੇ ਆਪਣੀ ਬੁੱਧੀ ਵਿੱਚ ਐਡ ਕਰ ਲੈਣੀ ਹੈ। ਇਹ ਪਰਮਾਤਮਾ ਨੇ ਫਰਕ ਪਾਇਆ ਸਾਰਿਆਂ ਦੇ ਵਿੱਚ ਤਾਂ ਜੋ ਇਹ ਜੀਵਨ ਘਾਟ ਤੋਂ ਬੜੀ ਰਹੇ। ਪਰ ਗੁਰੂ ਜੀ ਕਹਿੰਦੇ ਜੇ ਫਰਕ ਹੈ ਨਾ, ਉਹ ਫਰਕ ਸਿਰਫ ਤੇਰੇ ਜੀਵਨ ਵਾਸਤੇ ਹੈ, ਵੀ ਤੇਰਾ ਜੀਵਨ ਚੱਲੇ। ਉਹ ਫਰਕ ਇਸ ਲਈ ਨਹੀਂ ਹੈਗਾ ਤੂੰ ਬਾਕੀਆਂ ਨਾਲ ਭੇਦਭਾਵ ਕਰਨ ਲੱਗ ਜਾਵੇਂ, ਬਾਕੀਆਂ ਨਾਲ ਬੁਰਾ ਵਰਤਾਅ ਕਰਨ ਲੱਗ ਜਾਵੇਂ। ਫਰਕ ਇਸ ਲਈ ਨਹੀਂ ਪਾਇਆ। ਦੇਖੋ ਕਿੱਡੀ ਸੋਹਣੀ ਗੱਲ ਪਰਮਾਤਮਾ ਨੇ ਦਿੱਤੀ ਹੈ। ਨਹੀਂ ਤਾਂ ਆਪਾਂ ਮਸ਼ੀਨਾਂ ਬੰਦ ਕਹਿੰਦੇ ਬੋਰਿੰਗ ਜੀ ਲਾਈਫ ਹੋ ਜਾਂਦੀ। ਮੈਂ ਵੀ ਉਵੇਂ ਤੁਰਦਾ, ਰੁਕ ਕੇ ਤੂੰ ਵੀ ਉਵੇਂ ਤੁਰਦੀ, ਸਾਰੀ ਉਵੇਂ ਤੁਰਦੇ, ਇੱਕੋ ਤਰ੍ਹਾਂ ਦੀ ਸੋਚ ਹੋ ਜਾਂਦੀ, ਬਿਲਕੁਲ ਡਿੱਟੋ, ਤਾਂ ਬੋਰਿੰਗ ਜਿਹਾ ਕੰਮ ਹੋ ਜਾਂਦਾ। ਬਸ ਇੱਕ ਪਤਾ ਨਹੀਂ ਹੁੰਦਾ ਮਸ਼ੀਨਾਂ ਦਾ ਥੋੜ੍ਹਾ ਫਰਕ ਹੈ। ਮੈਂ ਆਪਣੀ ਗੱਲ ਕਹਿੰਦਾ, ਤੁਸੀਂ ਆਪਣੀ ਕਹਿੰਦੇ ਹੋ, ਪਰ ਗੁਰੂ ਜੀ ਕਹਿੰਦੇ ਪਰ ਇੱਕ ਜੋਤ ਨੂੰ ਸਮਝ ਲੈ। ਗੱਲਾਂ ਕਰੋ, ਵਿਚਾਰ ਕਰੋ, ਵਿਚਾਰਾਂ 'ਚ ਹੀ ਤੁਹਾਡਾ ਵਿਕਾਸ ਹੋਊਗਾ। ਜੇ ਵਿਚਾਰ ਕਰਾਂਗੇ, ਕਿਸੇ ਗੱਲ 'ਤੇ ਡਿਸਕਸ ਕਰਾਂਗੇ, ਵਿਕਾਸ ਹੋਊਗਾ। ਪਰ ਉਹ ਵਿਚਾਰ ਲੜਾਈ ਦਾ ਕਾਰਨ ਨਹੀਂ ਬਣਨੇ ਚਾਹੀਦੇ। ਐਂਡ ਵਿੱਚ ਇਹ ਸਮਝ ਕੇ ਜੋਤ ਇੱਕ ਹੀ ਹੈ ਸਾਰਿਆਂ ਦੇ ਅੰਦਰ। ਹੋ ਵਾਰੀ ਜੀਓ ਵਾਰੀ, ਗੁਰੂ ਜੀ ਕਹਿੰਦੇ ਮੈਂ ਵਾਰਨੇ ਜਾਂਦਾ ਹਾਂ, ਮੇਰੀ ਜ਼ਿੰਦਗੀ ਵੀ ਵਾਰਨੇ ਜਾਂਦੀ ਹੈ। ਹਰ ਸੱਚੇ ਕੇ ਗੁਣ ਗਾਵਨਿਆ, ਜਿਹੜੇ ਉਹ ਸੱਚੇ ਪਰਮਾਤਮਾ ਦੇ ਗੁਣ ਗਾਉਂਦੇ ਨੇ, ਉਹਨਾਂ ਅਨੁਸਾਰ ਜੀਵਨ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਮੈਂ ਉਹਨਾਂ ਤੋਂ ਵਾਰਨੇ। ਬਾਜ ਗੁਰੂ ਕੋ ਸਹਿਜ ਨਾ ਪਾਏ, ਪਰ ਬਿਨਾਂ ਗੁਰੂ ਤੋਂ ਕੋਈ ਆਤਮਿਕ ਅਡੋਲਤਾ ਨਹੀਂ ਪ੍ਰਾਪਤ ਕਰ ਸਕਦਾ। ਬਿਨਾਂ ਗੁਰੂ ਤੋਂ ਆਤਮਿਕ ਅਡੋਲਤਾ
ਨਹੀਂ ਆਂਦੀ। ਗੁਰਮੁਖ ਸਹਿਜ ਸਮਾਵਨਿਆ, ਗੁਰੂ ਸਾਥ ਚੱਲਣ ਵਾਲੇ ਆਤਮਿਕ ਅਡੋਲਤਾ ਵਿੱਚ ਸਮਾ ਜਾਂਦੇ ਨੇ, ਜਾਂ ਆਤਮਿਕ ਅਡੋਲਤਾ ਉਹਨਾਂ ਵਿੱਚ ਸਮਾ ਜਾਂਦੀ ਹੈ ਤੇ ਆਤਮਿਕ ਅਡੋਲਤਾ ਵਾਲੇ ਉਹ ਬਣ ਜਾਂਦੇ ਨੇ। ਰਹਾਉ ਤੂੰ ਆਪੇ ਸੋਹੇ ਆਪੇ ਜਗ ਮੋਹੇ। ਗੁਰੂ ਜੀ ਕਹਿੰਦੇ, ਹੇ ਕਰਤਾਰ, ਤੂੰ ਆਪ ਹੀ ਜਗਤ ਰਚ ਕੇ ਰਚਨਾ ਰਾਹੀਂ ਆਪਣੀ ਸੁੰਦਰਤਾ ਵਿਖਾ ਰਿਹਾ ਹੈ ਤੇ ਆਪ ਹੀ ਜਗਤ ਨੂੰ ਮੋਹਿਤ ਕਰ ਰਿਹਾ ਹੈ। ਆਪਾਂ ਕਹਿੰਦੇ ਵਾਹ ਕਿੰਨਾ ਸੋਹਣੀ ਪਹਾੜੀ ਹੈ, ਜਾਣੇ ਨਾ ਆਪਾਂ ਕਈ ਵਾਰ ਯਾਦ, ਚਲੋ ਆਪਾਂ ਇੱਕ ਉਦਾਹਰਨ ਲਿੱਤੀ ਹੈ, ਬਾਕੀ ਬਹੁਤ ਕੁਛ ਕਹਿੰਦੇ ਆਪਾਂ, ਕਹਿੰਦੇ ਨਾ ਕਿੰਨਾ ਸੋਹਣਾ ਹੈ, ਆਪ ਹੀ ਸਭ ਕੁਛ ਸੋਹਣਾ ਬਣਾਇਆ ਹੈ, ਆਪ ਹੀ ਆਪਣੀ ਵਾਹ ਵਾਹ ਕਰਾ ਰਿਹਾ ਆਪਣੇ ਰਾਹੀਂ। ਦੇਖੋ ਆਪਣੇ ਅੰਦਰ ਵੀ ਉਹੀ ਹੈ, ਉਹ ਚੀਜ਼ ਵੀ ਉਹਨੇ ਬਣਾਈ ਹੈ। ਇਹ ਹੈ ਪਰਮਾਤਮਾ ਦੀ ਅਚੰਭਤ ਖੇਡ, ਅਚੰਭਾ। ਆਪ ਹੀ ਸੋਹਣਾ ਹੈ, ਆਪ ਹੀ ਜਗਤ ਨੂੰ ਮੋਹਣਾ ਹੈ। ਠੀਕ ਹੈ ਜੀ, ਮੋਹਣ ਵਾਲਾ ਵੀ ਤੂੰ ਆਪ ਹੀ ਹੈ। ਤੂੰ ਆਪੇ ਨਦਰੀ ਜਗਤ ਪਰੋਵੇਂ। ਅਤੇ ਪ੍ਰਮਾਤਮਾ ਜੀ ਤੂੰ ਆਪ ਹੀ ਆਪਣੀ ਨਿਗਾਹ ਨਾਲ ਇਸ ਸੰਸਾਰ ਨੂੰ ਇੱਕ ਮਰਿਆਦਾ ਵਿੱਚ ਕਾਇਮ ਰੱਖਿਆ ਹੋਇਆ ਹੈ। ਹਰ ਇੱਕ ਚੀਜ਼ ਇੱਕ ਨਿਯਮ 'ਚ ਚੱਲ ਰਹੀ ਹੈ ਨਾ, ਆਪਾਂ ਵੀ ਨਿਯਮ 'ਚ ਸਾਹ ਲੈ ਰਹੇ ਹਾਂ ਨਾ। ਜਦੋਂ ਨਿਯਮ ਟੁੱਟਦਾ ਸਾਹ ਲੈਣ ਦਾ, ਜਦੀ ਕਹਾਣੀ ਖਤਮ। ਤਾਂ ਹਰ ਇੱਕ ਚੀਜ਼ ਪਰਮਾਤਮਾ ਦੇ ਨਿਯਮ 'ਚ ਹੀ ਹੈ, ਇਹ ਸਮਝਣ ਦੀ ਲੋੜ ਹੈ। ਗੁਰੂ ਜੀ ਕਹਿੰਦੇ, ਤੂੰ ਆਪੇ ਦੁੱਖ ਸੁੱਖ ਦੇਵ ਹੈ ਕਰਤੇ। ਹੇ ਪਰਮਾਤਮਾ ਜੀ, ਜੋ ਸਾਨੂੰ ਦੁੱਖ ਅਤੇ ਸੁੱਖ ਆਉਂਦੇ ਨਾ ਬੋਡੀ ਦੇ ਉੱਪਰ, ਸਰੀਰ ਦੇ ਉੱਪਰ, ਇਹ ਵੀ ਤੇਰੇ ਨਿਯਮਾਂ ਵਿੱਚ ਹੀ ਆਉਂਦੇ ਨੇ। ਜੇ ਅਸੀਂ ਨਿਯਮਾਂ ਦਾ ਪਾਲਣ ਕਰਦੇ ਹਾਂ ਤਾਂ ਥੋੜ੍ਹਾ ਜਿਹਾ ਬਚਾਅ ਕਰ ਲੈਂਦੇ ਹਾਂ, ਨਹੀਂ ਕਰਦੇ ਤਾਂ ਇਹ ਵੱਧ ਕੇ ਆਉਂਦੇ ਨੇ, ਪਰ ਆਉਂਦੇ ਤੇਰੇ ਹੁਕਮ ਦੇ ਵਿੱਚ ਹੀ ਨੇ। ਇਸ ਕਰਕੇ ਸਾਨੂੰ ਇਹਨਾਂ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ ਤੇ ਇਹਦੀ ਖੋਜ ਕਰਨੀ ਚਾਹੀਦੀ ਹੈ, ਨਾ ਕਿ ਦੁੱਖ ਸੁੱਖ ਆਉਣ 'ਤੇ ਅਸੀਂ ਆਪਣੇ ਗੁਰੂ ਨੂੰ ਛੱਡ ਦਈਏ, ਸਕੂਲ ਛੱਡ ਦਈਏ। ਇਹ ਅਕਲ ਵਾਲੀ ਗੱਲ ਨਹੀਂ ਹੈ। ਅਗਰ ਅਸੀਂ ਬਿਮਾਰ ਹੋ ਜਾਂਦੇ ਕਿ ਸਕੂਲ ਜਾਣਾ ਬੰਦ ਕਰ ਦਿੰਦੇ ਹਾਂ, ਠੀਕ ਹੋ ਤਾਂ ਫਿਰ ਸਕੂਲ ਜਾਂਦੇ ਹਾਂ ਨਾ, ਪਰ ਅਸੀਂ ਜੇ ਬਿਮਾਰ ਹੋ ਜਾਂਦੇ ਹਾਂ ਗੁਰੂ ਦਾ ਵੀ ਜਾਣਾ ਬੰਦ ਕਰ ਦਿੰਦੇ ਵੀ ਹੁਣ ਅਸੀਂ ਕਿਸੇ ਹੋਰ ਤੋਂ ਜਾ ਕੇ ਉਪਾਅ ਲੈ ਲਈਏ। ਕੋਈ ਕਿੱਡੀ ਅਚੰਭਵ ਖੇਡ ਹੈ। ਘਰੇ ਗਰੀਬੀ ਹੁੰਦੀ ਹੈ, ਫਿਰ ਅਸੀਂ ਕਹਿੰਦੇ ਈਸਾਈ ਬਣ ਜਾਈਏ, ਪੈਸੇ ਮਿਲ ਜਾਣਗੇ। ਮਤਲਬ ਗੁਰੂ ਨੂੰ ਸਮਝ ਨਹੀਂ ਪਾਏ, ਕਹਾਣੀ ਨਹੀਂ ਸਮਝ ਪਾਏ ਸਿਸਟਮ ਦੀ, ਪੈਸੇ ਨਾਲ ਚੀਜ਼ਾਂ ਨੂੰ ਤੋਲ ਲਿਆ। ਫਿਰ ਤਾਂ ਗੁਰੂ ਨਾਨਕ ਪਾਤਸ਼ਾਹ ਲਵੇ ਬਥੇਰੇ ਪੈਸੇ ਵਾਲੇ ਬੰਦੇ ਆਏ ਸੀ, ਰਾਜੇ ਮਹਾਰਾਜੇ ਵੀ, ਉਹਨਾਂ ਨੇ ਤਾਂ ਇਹਦੇ ਪੈਸੇ ਪਿੱਛੇ ਹੀ ਲੋਕਾਂ ਨੇ ਗੁਰੂ ਨਾਲ ਜੁੜਨਾ ਸੀ। ਫਿਰ ਤਾਂ ਕਿੰਨੇ ਕਿੰਨੇ ਅਮੀਰ ਲੋਕ ਗੁਰੂ ਨਾਲ ਜੁੜੇ ਨੇ ਆ ਕੇ। ਹੁਣ ਉਹਨੂੰ ਆਉਣ ਦੀ ਕੀ ਲੋੜ ਸੀ, ਤਾਂ ਪਹਿਲੇ ਹੀ ਪੈਸਾ ਵਾਧੂ ਸੀਗਾ। ਸਮਝੋ ਉਸ ਪੁਆਇੰਟ ਨੂੰ ਬੜਾ ਧਿਆਨ ਨਾਲ। ਉਹਨਾਂ ਰਾਜਾ ਮਹਾਰਾਜਾ ਲਵੇ, ਅਮੀਰ ਲੋਕਾਂ ਲਵੇ ਕਿੰਨੇ ਪੈਸੇ ਸੀਗੇ ਨਾ। ਫਿਰ ਉਹ ਗੁਰੂ ਲਵੇ ਉਹਨਾਂ ਨੇ ਕੀ ਕਰਨ ਆਉਣਾ ਸੀ, ਤਾਂ ਕਿੰਨੇ ਗੁਰੂ ਦੇ ਸਿੱਖ ਬਣੇ ਆ ਕੇ, ਕਿਉਂਕਿ ਉਹ ਗੁਰੂ ਤੋਂ ਗਿਆਨ ਲੈਣ ਆ ਰਹੇ ਸੀ, ਰਾਹ ਲੈਣ ਆ ਰਹੇ ਸੀ। ਪਰ ਅੱਜ ਅਸੀਂ ਕੀ ਲੈਣ ਜਾ ਰਹੇ ਹਾਂ ਗੁਰੂ ਤੋਂ? ਪੈਸੇ ਪੈਸੇ ਪੈਸੇ, ਸੁੱਖ ਸੁੱਖ ਸੁੱਖ, ਗਿਆਨ ਛੱਡਤਾ ਗੁਰੂ ਦਾ ਲੈਣਾ। ਬੜੀ ਖਤਰਨਾਕ ਖੇਡ ਅਸੀਂ ਤੁਰ ਪਏ ਹਾਂ। ਧਿਆਨ ਦਈਏ, ਗੁਰਮੁਖ ਹਰ ਦੇਖਾਵਨਿਆ। ਗੁਰੂ ਨੂੰ ਸਾਥ ਚੱਲਣ ਵਾਲੇ ਨੂੰ ਗੁਰੂ ਉਹ ਹਰੀ ਦਾ ਰਾਹ ਦਿਖਾ ਦਿੰਦੇ ਨੇ, ਹਰੀ ਦਾ ਰਸਤਾ ਦਿਖਾ ਦਿੰਦੇ ਨੇ, ਹਰੀ ਦਿਖਾ ਦਿੰਦੇ ਨੇ। ਆਪੇ ਕਰਤਾ ਕਰੇ ਕਰਾਏ। ਇਹ ਸਭ ਕੁਛ ਪਰਮਾਤਮਾ ਆਪ ਹੀ ਕਰਨ ਵਾਲਾ ਹੈ ਅਤੇ ਉਹਦਾ ਹੀ ਕੀਤਾ ਹੋ ਰਿਹਾ ਹੈ। ਧਿਆਨ ਦਈਏ, ਉਸ ਤੋਂ ਬਾਹਰ ਕੁਝ ਨਹੀਂ ਹੋ ਰਿਹਾ। ਆਪੇ ਸ਼ਬਦ ਗੁਰ ਮਨ ਵਸਾਏ। ਆਪੇ ਹੀ ਗੁਰੂ ਜੀ ਸ਼ਬਦ ਦੁਆਰਾ ਇਹ ਗੱਲ ਮਨ ਵਿੱਚ ਪੱਕੀ ਕਰ ਦਿੰਦੇ ਨੇ। ਜੇ ਸ਼ਬਦ ਪੜ੍ਹਦੇ ਆ ਨਾ, ਹੌਲੀ ਹੌਲੀ ਸਾਡੇ ਮਨ ਵਿੱਚ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਸਾਰਾ ਸੰਸਾਰ ਉਸ ਪਰਮਾਤਮਾ ਦੇ ਨਿਯਮਾਂ ਵਿੱਚ ਹੀ ਚੱਲ ਰਿਹਾ ਹੈ, ਉਹੀ ਚਲਾਉਣ ਵਾਲਾ ਹੈ। ਫਿਰ ਅਸੀਂ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੇ, ਕਿਸੇ ਨਾਲ ਦੁਸ਼ਮਣੀਆਂ ਨਹੀਂ ਲੜਦੇ, ਫਿਰ ਦਿਲ 'ਚ ਗੁੱਸਾ ਨਹੀਂ ਹੰਡਾਉਂਦੇ। ਕਰਨਾ ਤਾਂ ਇੱਕ ਅਲੱਗ ਗੱਲ ਹੈ, ਹੰਡਾਉਣਾ ਇੱਕ ਅਲੱਗ ਗੱਲ ਹੈ। ਗੁੱਸਾ ਕਰਨਾ ਤਾਂ 1 ਮਿੰਟ ਦਾ ਹੁੰਦਾ, ਕਰਕੇ ਹਟ ਜਾਂਦੇ ਆ। ਇੱਕ ਬੰਦਾ ਹੰਡਾਉਂਦਾ ਹੁੰਦਾ ਲਗਾਤਾਰ, ਉਸ ਨੂੰ ਅੰਦਰੇ ਘੋਲੀ ਜਾਣਾ, ਉਹ ਨਹੀਂ ਕਰਦੇ। ਸ਼ਬਦੇ ਉਪਜੈ ਅੰਮ੍ਰਿਤ ਬਾਣੀ। ਜਿਹੜਾ ਇਹ ਆਤਮਾ ਨੂੰ ਜੀਵਨ ਦੇਣ ਵਾਲਾ ਗਿਆਨ ਹੈ, ਇਹ ਬਾਣੀ ਹੈ, ਇਹ ਸ਼ਬਦ ਦੁਆਰਾ ਹੀ ਪੈਦਾ ਹੁੰਦੀ ਹੈ। ਭਾਵ ਗੁਰੂ ਦੀਆਂ ਸਿੱਖਿਆਵਾਂ 'ਤੇ ਚੱਲ ਕੇ, ਗੁਰੂ ਦੇ ਗਿਆਨ ਨੂੰ ਵਸਾ ਕੇ ਹੀ ਪ੍ਰਾਪਤ ਹੁੰਦੀ ਹੈ। ਗੁਰਮੁਖ ਆਖ ਸੁਣਾਵਨਿਆ। ਗੁਰੂ ਸਾਥ ਚੱਲਣ ਵਾਲੇ ਇਹੀ ਗੱਲ ਆਖਦੇ ਨੇ ਅਤੇ ਸੁਣਾਉਂਦੇ ਨੇ। ਜਿਹੜੇ ਗੁਰੂ ਸਾਹਿਬ ਜੀ ਦਾ ਜੀਵਨ ਬਣ ਗਿਆ, ਉਹ ਆਖ ਕੇ ਸੁਣਾਉਂਦੇ ਨੇ, ਭਾਈ ਗੁਰੂ ਦੇ ਸ਼ਬਦ ਨਾਲ ਜੁੜ ਜਾਓ। ਇਹੀ ਇੱਕ ਤਰੀਕਾ ਹੈ ਤੁਹਾਡੀ ਜੀਵ ਆਤਮਾ ਨੂੰ
ਅੰਮ੍ਰਿਤ ਆਤਮਿਕ ਅਡੋਲਤਾ ਦੇਣ ਦਾ, ਹੋਰ ਕੋਈ ਤਰੀਕਾ ਨਹੀਂ ਹੈ। ਆਪੇ ਕਰਤਾ ਆਪੇ ਭੁਗਤਾ, ਭੁਗਤਾ ਦਾ ਮਤਲਬ ਭੋਗਣ ਵਾਲਾ। ਇਹ ਸੰਸਾਰ ਨੂੰ ਰਚਣ ਵਾਲਾ ਵੀ ਆਪ ਹੀ ਹੈ ਤੇ ਸੰਸਾਰ ਵਿੱਚ ਵਿਚਰ ਕੇ ਹਰ ਇੱਕ ਚੀਜ਼ ਦਾ ਆਨੰਦ ਮਾਣਨ ਵਾਲਾ ਵੀ ਆਪ ਹੀ ਹੈ। ਉਹ ਕਹਿੰਦੇ ਤੇਰੇ ਅੰਦਰ ਹੀ ਬੈਠਾ, ਬਸ ਤੂੰ ਸਮਝ ਉਹਨੂੰ। ਫਿਰ ਜਿਵੇਂ ਆਪਾਂ ਨੂੰ ਇਹ ਸਾਲ ਸਮਝ ਆਏਗੀ ਨਾ, ਫਿਰ ਮੰਨ ਲਓ ਕੋਈ ਫਾਲਤੂ ਚੀਜ਼ ਹੈ, ਮੰਨ ਲਓ ਫਾਲਤੂ ਨਹੀਂ, ਮੈਨੂੰ ਕੋਈ ਚੀਜ਼ ਵਧੀਆ ਲੱਗੀ, ਦੂਜੇ ਨੂੰ ਵੀ ਲੱਗੀ, ਮੈਂ ਛੱਡ ਕੇ ਉਹਨੂੰ ਦੇ ਦੂੰਗਾ। ਕਿਉਂ? ਮੈਨੂੰ ਲੱਗੂ ਉਹ ਵੀ ਮੈਂ ਹੀ ਲੈ ਰਹੇ ਹਾਂ। ਜਦੋਂ ਆਪੇ ਮਹਿਸੂਸ ਹੋਣ ਲੱਗ ਜੂ ਨਾ ਵੀ ਆਪੇ ਸਭ ਕੁਝ ਉਹੀ ਹੈ, ਪਰਮਾਤਮਾ ਮੇਰੇ 'ਚ ਵੀ ਉਹੀ, ਤੇਰੇ 'ਚ ਵੀ ਉਹੀ, ਫਿਰ ਮੈਂ ਕੁਝ ਤੈਨੇ ਜ਼ਰੂਰ ਗੱਲ ਹੀ, ਮੈਨੇ ਗੱਲ ਇੱਕੋ ਗੱਲ ਹੈ। ਫਿਰ ਇਹ ਭਾਵਨਾਵਾਂ ਪੈਦਾ ਹੋ ਜਾਣਗੀਆਂ ਸਾਡੇ ਅੰਦਰ। ਜਿਵੇਂ ਆਪਾਂ ਖੋਲ੍ਹਦੇ ਹਾਂ ਨਾ ਹੁਣ ਚੀਜ਼ ਇੱਕ ਦੂਜੇ ਤੋਂ, ਫਿਰ ਦੇਣੀ ਸ਼ੁਰੂ ਕਰਾਂਗੇ ਵੀ ਭਾਈ ਤੂੰ ਵੀ ਤਾਂ ਮੈਂ ਹੀ ਹੈ, ਮੈਂ ਵੀ ਤੂੰ ਹੀ ਹੈ, ਫਰਕ ਕੀ ਹੈ? ਅੰਤਰ ਕੈਸਾ ਤੋ ਹੀ ਮੋਹੀ, ਮੋਹੀ ਤੋ ਹੀ ਅੰਤਰ ਕੈਸਾ। ਉਹ ਭਾਵਨਾਵਾਂ ਕ੍ਰੀਏਟ ਹੋ ਜਾਂਦੀਆਂ ਨੇ। ਉਹ ਸ਼ਕਤੀ ਅੰਦਰ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਗੁਰੂ ਨਾਨਕ ਦੀ। ਤਾਂ ਹੀ ਦੇਣ ਦੀ ਅੰਦਰੋਂ ਦਿਲ ਵੱਡੇ ਹੋ ਜਾਂਦੇ ਨੇ। ਉਹਨੂੰ ਲੱਗਦਾ ਵੀ ਇਹ ਵੀ ਤਾਂ ਮੈਂ ਹੀ ਖਾ ਰਿਹਾ, ਜਿਹਨੇ ਖਾ ਲਈ ਤਾਂ ਮੈਂ ਹੀ ਖਾ ਰਿਹਾ, ਇਹਨੇ ਵਰਤ ਲਈ ਮੈਂ ਹੀ ਵਰਤ ਰਿਹਾ। ਮਤਲਬ ਇਹ ਚੀਜ਼ਾਂ ਨੂੰ ਉੱਪਰ ਤੱਕ ਜਾ ਕੇ ਲੈ ਜਾਂਦੀਆਂ ਨੇ, ਉਹਦੇ ਜੀਵਨ ਨੂੰ ਤਾਂ ਪੱਧਰ ਹੀ ਬੜਾ ਉੱਚਾ ਕਰ ਦਿੰਦੀਆਂ ਨੇ। ਆ ਰਹੀ ਹੈ ਸਮਝ ਕਹਾਣੀ? ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਸਾਰੇ ਬੰਧਨਾਂ ਤੋਂ ਬੰਦੇ, ਦੇਖੋ ਜਦੋਂ ਆਹ ਭਾਵਨਾਵਾਂ ਅੰਦਰ ਆ ਜਾਵੇ, ਕੋਈ ਬੰਧਨ ਬਚੂਗਾ ਆਪਣੇ ਅੰਦਰ ਕਿਸੇ ਤਰੀਕੇ ਦਾ? ਕੁਝ ਜੰਜੀਰਾਂ ਬਚਣਗੀਆਂ ਜਿਹਨਾਂ ਨੇ ਆਪਾਂ ਨੂੰ ਜਕੜਿਆ ਹੋਊਗਾ ਕਿਸੇ ਚੀਜ਼ ਨੇ, ਮਾਇਆ ਦੇ ਮੋਹ ਨੇ? ਨਹੀਂ ਕਰਦੀ। ਮੁਕਤ ਕਰ ਦਿੰਦਾ ਆਪੇ ਫਿਰ ਉਹ ਇਹਨਾਂ ਬੰਧਨਾਂ ਤੋਂ। ਜਦੋਂ ਏਕਾ ਜੋਤ ਹੈ, ਸਰੀਰ ਗੱਲ ਸਮਝ ਆ ਜਾਂਦੀ ਹੈ। ਆਪੇ ਕਰਤਾ ਆਪੇ ਭੁਗਤਾ ਸਮਝ ਆ ਜਾਂਦਾ ਹੈ। ਇਹ ਸਾਰੇ ਬੰਧਨਾਂ ਤੋਂ ਹਮੇਸ਼ਾ ਲਈ ਉਹ ਮੁਕਤੀ ਦੇ ਦਿੰਦਾ ਹੈ, ਸਦਾ ਹੈ। ਉਹ ਆਪ ਵੀ ਮੁਕਤ ਹੁੰਦਾ ਹੈ ਤੇ ਸਾਨੂੰ ਵੀ ਮੁਕਤ ਕਰ ਦਿੰਦਾ ਹੈ। ਸਦਾ ਮੁਕਤ ਆਪੇ ਹੈ ਸੱਚਾ, ਉਹ ਆਪੇ ਸੱਚਾ ਸਦਾ ਹੀ ਮੁਕਤ, ਉਹ ਬੰਧਨਾਂ ਵਿੱਚ ਨਹੀਂ ਹੈ ਕਿਸੇ 'ਚ ਵੀ। ਆਪੇ ਅਲਖ ਲਖਾਵਨਿਆ, ਆਪੇ ਅਲਖ ਲਖਾਵਨਿਆ। ਆਪ ਹੀ ਉਹ ਦ੍ਰਿਸ਼ਟ ਹੈ ਤੇ ਆਪ ਹੀ ਵਿਲੱਖਣ ਰੂਪ ਵਿੱਚ। ਅਲਖ ਦਾ ਮਤਲਬ ਜੋ ਨਹੀਂ ਦਿਸਦਾ। ਅਦ੍ਰਿਸ਼ਟ, ਠੀਕ ਹੈ ਜੀ। ਆਪੇ ਮਾਇਆ ਆਪੇ ਛਾਇਆ, ਆਪ ਹੀ ਮਾਇਆ ਰੂਪ ਹੈ। ਇਹ ਸਾਰਾ ਸੰਸਾਰ ਦੇ ਵਿੱਚ ਉਹਨੇ ਜਿਹੜਾ ਮਾਇਆ ਨੂੰ ਪੈਦਾ ਕੀਤਾ, ਤਾਂ ਹੀ ਕੀਤਾ ਵੀ ਦੁਨੀਆ ਚੱਲਦੀ ਰਹੇ। ਮੰਨ ਲਓ ਮਾਇਆ ਦਾ ਪ੍ਰਭਾਵ ਉਹਨੇ ਮਾੜਾ ਜਿਹਾ ਵੀ ਨਾ ਹੋਵੇ, ਆਪਾਂ ਕੋਈ ਕੰਮ ਕਰਾਂਗੇ? ਫਿਰ ਕੋਈ ਬੁੱਧੀ ਚਲਾਵਾਂਗੇ? ਹੁਣ ਆਪਾਂ ਬੱਚੇ ਨੂੰ ਧੱਕੇ ਨਾਲ ਕਿਉਂ ਪੜ੍ਹਾਉਂਦੇ ਹਾਂ? ਕਿਉਂ ਪੜ੍ਹਿਆ ਹੋਇਆ ਬਣ ਕੇ ਪੈਸੇ ਕਮਾ ਲਾਂਗੇ? ਮਾਇਆ ਪ੍ਰਭਾਵ ਪਾ ਰਹੀ ਹੈ ਨਾ। ਆਪੇ ਹੈ ਛਾਇਆ, ਛਾਇਆ ਦਾ ਉਹਨੂੰ ਪ੍ਰਭਾਵ, ਉਸ ਦਾ ਪ੍ਰਭਾਵ ਵੀ ਪ੍ਰਮਾਤਮਾ ਆਪੇ ਦਿੰਦਾ ਹੈ। ਪਰ ਇੱਕ ਹੋਰ ਵੀ ਗੱਲ ਹੈ, ਇਹ ਚੀਜ਼ਾਂ ਦਿੰਦਾ ਵੀ ਦੁਨੀਆ ਚੱਲਦੀ ਰਹੇ, ਪਰ ਨਾਲ ਇਹ ਗੁਰੂ ਵੀ ਦਿੰਦਾ ਵੀ ਇਹਦੇ ਖਤਰਨਾਕ ਪ੍ਰਭਾਵ ਤੋਂ ਬਚ ਵੀ ਜਾਵੇ। ਦੇਖੋ ਸਭ ਕੁਝ ਕੌਣ ਦੇ ਰਿਹਾ? ਆਪਾਂ ਨੂੰ ਸਮਝਣ ਦੀ ਲੋੜ ਹੈ। ਆਪੇ ਮੋਹ ਸਭ ਜਗਤ ਉਪਾਇਆ, ਸਾਰੇ ਜਗਤ ਨੂੰ ਪੈਦਾ ਵੀ ਆਪੇ ਕੀਤਾ ਤੇ ਮੋਹ ਦੀ ਕਣੀ ਵੀ ਉਹਨੇ ਆਪੇ ਲਾਈ ਹੈ। ਤਾਂ ਹੀ ਕਰਦੇ ਨੇ ਮੇਰਾ ਬੱਚਾ ਮੇਰਾ ਪਰਿਵਾਰ। ਤਾਂ ਹੀ ਦੇਖੋ ਜਾਨਵਰ ਵੀ ਆਪਣੇ ਬੱਚਿਆਂ ਨੂੰ ਪਾਲਦੇ ਨੇ। ਜੇ ਮੋਹ ਦੀ ਕਣੀ ਜਾਨਵਰਾਂ 'ਚ ਨਾ ਹੋਵੇ ਫਿਰ ਤਾਂ ਉਹ ਜੰਮਣ ਸਾਰ ਬੱਚੇ ਮਰ ਜਾ ਕਰਨ। ਸਾਰੇ ਪਸ਼ੂ ਪੰਛੀ ਆਪਣੇ ਬੱਚਿਆਂ ਵਾਸਤੇ ਕਿੰਨਾ ਲੜਦੇ ਨੇ ਦੂਜਿਆਂ ਨਾਲ। ਮੋਹ ਦੀ ਕਣੀ ਵੀ ਉਹਨੇ ਆਪ ਲਾਈ ਹੈ ਵੀ ਚੱਲੇ। ਪਰ ਫਿਰ ਗੁਰੂ ਦੱਤਾ ਨਾਲ ਵੀ ਇਹਦਾ ਤੇਰੇ ਨਾਲ ਹਾਵੀ ਵੀ ਨਾ ਹੋ ਜਾਵੇ ਕਿ ਦੂਜਿਆਂ ਦਾ ਨੁਕਸਾਨ ਕਰਨ ਲੱਗ ਜਾਵੇ ਤੂੰ। ਫਿਰ ਗੁਰੂ ਦੱਤੇ ਨਾਲ ਤਾਂ ਹੀ ਉਹਨਾਂ ਨੂੰ ਗੁਰੂ ਨਹੀਂ ਨਾ ਦਿੱਤਾ, ਪੰਛੀਆਂ ਨੂੰ ਗੁਰੂ ਵੀ ਨਹੀਂ ਦਿੱਤਾ, ਇਨਸਾਨ ਨੂੰ। ਵੀ ਤੈਨੂੰ ਚੀਜ਼ ਦੀ ਸਮਝ ਆ ਸਕੇ ਵੀ ਤੇਰਾ ਕਾਰਜ ਕਿੰਨਾ ਕੁ ਹੈ, ਤੈਨੇ ਕਿਹੜਾ ਕਾਰਜ ਅੱਗੇ ਮੇਨ ਕਰਨਾ। ਆਪੇ ਗੁਣ ਦਾਤਾ ਗੁਣ ਗਾਵੇ, ਗੁਣਾਂ ਨੂੰ ਦੇਣ ਵਾਲਾ ਗੁਣਦਾਤਾ ਆਪੇ ਹੀ ਗੁਣ ਦਿੰਦਾ ਹੈ। ਗੁਣ ਸਾਤੋਂ ਗਵਾਉਂਦਾ ਹੈ, ਸਾਨੂੰ ਗੁਣਾਂ ਵਾਲਾ ਜੀਵਨ ਦਿੰਦਾ ਹੈ। ਆਪੇ ਆਖ ਸੁਣਾਵਨਿਆ, ਇਹਨਾਂ ਗੁਣਾਂ ਬਾਰੇ ਸਾਨੂੰ ਆਪ ਹੀ ਆਖਦਾ ਵੀ ਹੈ ਤੇ ਸਾਨੂੰ ਸੁਣਾਉਂਦਾ ਵੀ ਹੈ। ਹੁਣ ਗੱਲ ਹੈ ਆਪਾਂ ਸੁਣਦੇ ਨਹੀਂ ਸੁਣਦੇ, ਆਪਾਂ ਧਿਆਨ ਦਿੰਦੇ ਹਾਂ ਗੁਰੂ ਦੀ ਗੱਲ ਵੱਲ ਜਾਂ ਪਰਮਾਤਮਾ ਦੇ ਹੁਕਮ ਵੱਲ। ਉਹ ਦੱਸਦਾ ਸਭ ਨੂੰ ਆ, ਗੁਰੂ ਜੀ ਕਹਿੰਦੇ ਸਭ ਨੂੰ ਰਾਹ ਦਿਖਾਉਂਦਾ, ਇੱਕ ਵਾਰੀ ਰਸਤਾ ਦਿਖਾਉਂਦਾ ਇੱਕ ਵਾਰੀ।
ਸੁਣਾਉਂਦਾ ਵੀ ਹੈ। ਹੁਣ ਦੇਖੋ ਪ੍ਰਮਾਤਮਾ ਦੀ ਸਿਫਤ ਸਲਾਹ ਇੱਦਾਂ ਹੁੰਦੀ ਹੈ। ਆਪੇ ਕਰੇ ਕਰਾਏ ਆਪੇ, ਸਭ ਕੁਝ ਕਰਨ ਵਾਲਾ ਵੀ ਆਪ ਹੀ ਹੈ ਤੇ ਸਭ ਕੁਝ ਕਰਾਉਣ ਵਾਲਾ ਵੀ ਆਪੇ ਹੀ ਹੈ। ਆਪੇ ਥਾਪ ਉਥਾਪੇ ਆਪੇ, ਥਾਪ ਦਾ ਮਤਲਬ ਪੈਦਾ ਕਰਨ ਵਾਲਾ, ਉਥਾਪੇ ਦਾ ਮਤਲਬ ਨਾਸ਼ ਕਰਨ ਵਾਲਾ। ਇਸ ਸੰਸਾਰ ਨੂੰ ਜੋ ਪੈਦਾ ਕਰ ਰਿਹਾ ਉਹ ਵੀ ਉਹਦੇ ਹੁਕਮ 'ਚ ਹੋ ਰਿਹਾ, ਭਾਵ ਜੋ ਉਹਦੇ ਇਸ ਦਾ ਨਾਸ਼ ਹੁੰਦਾ ਉਹ ਵੀ ਉਹਦੇ ਹੁਕਮ 'ਚ ਹੀ, ਉਹਦੇ ਨਿਯਮਾਂ 'ਚ ਹੀ ਹੋ ਰਿਹਾ। ਜਿਵੇਂ ਆਪਾਂ ਬੱਚੇ ਤੋਂ ਜਨਮ ਲੈਂਦੇ ਹਾਂ, ਬੜੇ ਹੁੰਦੇ ਹਾਂ, ਉਮਰ ਨਿਕਲਦੀ ਹੈ, ਮਰ ਜਾਂਦੇ ਹਾਂ। ਕੋਈ ਫਸਲ ਲਾਉਂਦੇ ਹਾਂ, ਬਹੁਤ ਛੋਟੀ ਹੁੰਦੀ ਹੈ, ਗੁਦੀ ਪੱਕੀ ਹੁੰਦੀ ਹੈ, ਵੱਢ ਲੈਂਦੇ ਹਾਂ, ਨਾਸ਼। ਆਪ ਹੀ ਪੈਦਾ ਕਰਨ ਦਾ ਨਿਯਮ ਬਣਾਇਆ, ਆਪ ਹੀ ਖਤਮ ਕਰਨ ਦਾ ਨਿਯਮ ਬਣਾਇਆ। ਤੁਝ ਤੇ ਬਾਹਰ ਕਛੂ ਨਾ ਹੋਵੇ, ਪ੍ਰਮਾਤਮਾ ਤੇਰੇ ਹੁਕਮ ਤੋਂ ਬਾਹਰ ਕੋਈ ਚੀਜ਼ ਨਹੀਂ ਹੈ। ਤੂੰ ਆਪੇ ਕਾਰੈ ਲਾਵਨਿਆ, ਸਾਰੇ ਸੰਸਾਰ ਨੂੰ ਕਾਰ ਵਿੱਚ ਤੂੰ ਆਪ ਹੀ ਲਾ ਰੱਖਿਆ, ਅਲੱਗ ਅਲੱਗ ਕਾਰਨ ਲੱਗਿਆ, ਕੰਮਾਂ ਕਾਰਾਂ ਲੱਗਿਆ ਹੈ। ਪਰਮਾਤਮਾ ਤੂੰ ਆਪੇ ਹੀ ਸਾਨੂੰ ਕਾਇ ਲਾਇਆ। ਚਲਾਇਆ। ਆਪੇ ਮਾਰੇ ਆਪ ਜੀਵਾਏ, ਗੁਰੂ ਜੀ ਕਹਿੰਦੇ ਆਪ ਹੀ ਮਾਰਨ ਵਾਲਾ ਹੈ, ਆਪ ਹੀ ਜੀਵਨ ਦੇਣ ਵਾਲਾ ਹੈ। ਆਪੇ ਮੇਲੇ ਮੇਲ ਮਿਲਾਏ, ਪਰਮਾਤਮਾ ਆਪ ਹੀ ਸਾਰਿਆਂ ਨੂੰ ਗੁਰੂ ਨੂੰ ਮਿਲਾ ਕੇ ਆਪ ਚਰਨਾਂ ਵਿੱਚ ਜੋੜ ਲੈਂਦਾ ਹੈ, ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ। ਇੱਥੇ ਜਿਹੜੀ ਹੁਣ ਮਾਰੇ ਦੇ ਆਪੇ ਮਾਰੇ ਆਪ ਜੀਵਾਏ ਦੀ ਗੱਲ ਹੈ, ਕਈ ਵਿਅਕਤੀ ਆਤਮਕ ਤੌਰ 'ਤੇ ਮਰੇ ਹੋਏ ਹਨ, ਸਮਝ ਨਹੀਂ ਪੈਂਦੇ, ਅੰਨੇ ਹੋਏ ਹਨ, ਕਈ ਵਾਰ ਤੇ ਆਪਾਂ ਸਾਰੇ ਇੰਨੇ ਠੀਕ ਹੈ ਜੀ। ਪਰ ਜਦੋਂ ਪ੍ਰਮਾਤਮਾ ਆਪੇ ਮੇਲੇ ਮੇਲ, ਆਪੇ ਪ੍ਰਮਾਤਮਾ ਜੋ ਸਾਨੂੰ ਗੁਰੂ ਨਾਲ ਮਿਲਾ ਦਿੰਦਾ ਹੈ, ਸਾਡੇ ਅੰਦਰ ਜੀਵਨ ਦੀ ਰੋਹ ਪੈਦਾ ਹੋ ਜਾਂਦੀ ਹੈ, ਸਾਨੂੰ ਜੀਵਨ ਦਾ ਰਸਤਾ ਦਿਖ ਜਾਂਦਾ ਹੈ, ਸਾਡੀ ਆਤਮਾ ਜੀ ਉੱਠਦੀ ਹੈ, ਜਿਹੜੀ ਅੱਜ ਮਰੀ ਹੋਈ ਹੈ ਨਾ, ਉਹ ਜੀ ਉੱਠਦੀ ਹੈ। ਇਹ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਸੇਵਾ ਤੇ ਸਦਾ ਸੁਖ ਪਾਇਆ, ਜਿਹੜੇ ਵਿਅਕਤੀ ਨੇ ਪ੍ਰਮਾਤਮਾ ਦੇ ਇਹਨਾਂ ਨਿਯਮਾਂ ਨੂੰ ਮੰਨਿਆ, ਗੁਰੂ ਦੀ ਸਿੱਖਿਆ ਨੂੰ ਮੰਨਿਆ, ਉਹਨੇ ਹਮੇਸ਼ਾ ਹੀ ਸੁਖ ਪ੍ਰਾਪਤ ਕੀਤਾ। ਗੁਰਮੁਖ ਸਹਿਜ ਸਮਾਵਨਿਆ, ਤੇ ਗੁਰੂ ਨੂੰ ਸਾਚਣ ਵਾਲੇ ਹਮੇਸ਼ਾ ਹੀ ਸਹਿਜ ਅਵਸਥਾ ਦੇ ਆਤਮਿਕ ਅਡੋਲਤਾ ਦੇ ਧਾਰਨੀ ਬਣ ਜਾਂਦੇ ਨੇ। ਜਿਵੇਂ ਤੁਹਾਨੂੰ ਮੰਮੀ ਨੇ ਕਿਹਾ ਵੀ ਦਾਦੀ ਮੰਮਾ ਦੇ ਕਮਰੇ 'ਚ ਪੋਚਾ ਲਾ ਦਿਓ, ਤੁਸੀਂ ਕੀ ਕਿਹਾ? ਲਾਣਾ ਚਾਹੀਦਾ ਸੀ ਜਾਂ ਨਹੀਂ ਲਾਣਾ ਚਾਹੀਦਾ ਸੀ? ਬੋਲ ਕੇ ਦੱਸੋ। ਤੁਹਾਨੂੰ ਵੀ ਕੁਝ ਕਿਹਾ ਸੀ? ਕੱਲ ਮੰਨਣੀ ਚਾਹੀਦੀ ਸੀ, ਨਹੀਂ ਮੰਨਣੀ ਚਾਹੀਦੀ ਸੀ? ਮੰਨਣੀ ਚਾਹੀਦੀ ਸੀ, ਨਹੀਂ ਮੰਨਣੀ ਚਾਹੀਦੀ ਸੀ? ਹੈ ਕੀ? ਤਾਂ ਜਦੋਂ ਅਸੀਂ ਕਹਿਣਾ ਮੰਨਦੇ ਹਾਂ, ਜਦੋਂ ਮੈਂ ਵੀ ਹਾਂ, ਜਦੋਂ ਅਸੀਂ ਕਹਿਣਾ ਮੰਨਦੇ ਹਾਂ ਫਿਰ ਸਦਾ ਸੁੱਖ ਪ੍ਰਾਪਤ ਕਰਦੇ ਹਾਂ। ਬਸ ਇੰਨਾ ਕੁ ਧਿਆਨ ਰੱਖੋ ਵੀ ਕੀ ਉਹ ਗੱਲ ਚੰਗੀ ਹੈ ਜਾਂ ਮਾੜੀ ਹੈ। ਹੁਣ ਤੁਸੀਂ ਡਿਸੀਜਨ ਲੈਣਾ ਹੈ ਕਿ ਉਹ ਗੱਲ ਚੰਗੀ ਸੀ ਜਾਂ ਮਾੜੀ ਸੀ। ਤੁਹਾਨੂੰ ਇਸ਼ਨਾਨ ਕਰਨ ਵਾਸਤੇ ਸਮੇਂ ਨਾਲ ਕਿਹਾ ਕਿ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ, ਤੁਸੀਂ ਡਿਸੀਜਨ ਲਓ। ਚੰਗੀ ਗੱਲ ਹੈ। ਸਫਾਈ ਕਰਨ ਵਾਸਤੇ ਕਿਹਾ, ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ? ਜੇ ਚੰਗੀ ਹੈ ਤਾਂ ਮੰਨਣੀ ਹੈ, ਜੇ ਕੋਈ ਮਾੜੀ ਗੱਲ ਕਹੀ ਹੋਵੇ ਫਿਰ ਨਹੀਂ ਮੰਨਣੀ। ਖਿਆਲ ਰੱਖਣਾ ਇਹ ਤੁਸੀਂ ਬੁੱਧੀ ਨਾਲ, ਵਿਵੇਕ ਬੁੱਧੀ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਹੈ ਨਾ, ਨਿਰਣਾ ਕਰਨਾ ਵੀ ਸਾਨੂੰ ਕੀ ਗੱਲ ਕਹੀ ਜਾ ਰਹੀ ਹੈ, ਚੰਗੀ ਜਾਂ ਮਾੜੀ। ਜਿਹੜੀ ਚੀਜ਼ ਗਲਤ ਰਸਤੇ ਤੋਰਦੀ ਉਹ ਕਦੀ ਨਹੀਂ ਮੰਨਣੀ, ਕੋਈ ਵੀ ਕਵੇ। ਜਿਹੜੀ ਚੰਗੇ ਰਾਹ ਤੋਰਦੀ ਹੈ ਉਹ ਅੱਖਾਂ ਮੀਚ ਕੇ ਮੰਨ ਲਓ ਫਟਾਫਟ, ਕੋਈ ਵੀ ਕਵੇ ਉਹ ਵੀ। ਇੱਦਾਂ ਜੋ ਤੁਸੀਂ ਮੰਨੋਗੇ ਨਾ ਗੱਲ ਨੂੰ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜੋ ਤੁਹਾਡੀ ਆਤਮਾ ਕਦੋਂ ਬਲਵਾਨ ਹੋਊਗੀ, ਤੁਸੀਂ ਕਦੋਂ ਸਾਰੇ ਕਾਰਜਾਂ ਨੂੰ ਕਰਨ ਦੇ ਯੋਗ ਬਣਨਗੇ। ਕਿਉਂਕਿ ਇਹੀ ਯੋਗ, ਇਹ ਉਮਰ ਬਚਪਨ ਸਿੱਖਣ ਦੀ ਉਮਰ ਹੈ। ਜਿੰਨਾ ਤੁਸੀਂ ਇਸ 'ਚ ਆਪਣੀ ਯੋਗਤਾ ਨੂੰ ਵਧਾ ਲਓਗੇ, ਆਪਣੇ ਇਸ ਦੀ ਤੁਸੀਂ ਮਨ ਦੇ ਮਗਰ ਲੱਗੇ ਨਾ, ਆਪਣੇ ਉਹ ਆਲਸੀ ਮਨ ਦੇ ਮਗਰ ਲੱਗੇ, ਜਿਹੜਾ ਮਨ ਕਹਿੰਦਾ ਨਹੀਂ ਯਾਰ ਰਹਿਣ ਦੇ, ਉਹ ਮਨਮੁਖ ਹੋ ਗਏ। ਜੇ ਗੁਰੂ ਨੂੰ ਸਾਥ ਚੱਲਦੇ ਫਿਰ ਗੁਰੂ ਕੀ ਕਹਿੰਦੇ, ਕਹਿਣਾ ਮੰਨਣਾ ਨਾ। ਫਿਰ ਜੇ ਤੂੰ ਰੋਜ਼ ਇਸ ਗੱਲ ਨੂੰ ਮਨ ਨੂੰ ਖੁਸ਼ੀ ਖਿੜੇ ਮੱਥੇ ਅਸੀਂ ਉਹਨੂੰ ਕਹਿਣੇ ਨੂੰ ਪ੍ਰਵਾਨ ਕਰਾਂਗੇ, ਹੌਲੀ ਹੌਲੀ ਆਤਮਾ ਕੀ ਹੋ ਜੂਗੀ, ਅਡੋਲ ਹੋ ਜੂਗੀ। ਇਹੀ ਕਹਾਣੀ ਹੈ ਬਸ। ਆਪੇ ਉੱਚਾ ਉੱਚੋ ਹੋਈ, ਫਿਰ ਜਦੋਂ ਇੱਕ ਇਨਸਾਨ ਪਰਮਾਤਮਾ ਦੇ ਨਾਲ ਲੱਗਦਾ ਹੈ, ਗੁਰੂ ਦੀਆਂ ਸਿੱਖਿਆਵਾਂ 'ਤੇ ਚੱਲਦਾ ਹੈ, ਚੰਗੀਆਂ ਗੱਲਾਂ 'ਤੇ ਚੱਲਦਾ ਹੈ, ਉਹ ਫਿਰ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੋ ਜਾਂਦਾ ਹੈ। ਅਤੇ ਪਰਮਾਤਮਾ ਆਪ ਹੀ ਇਹ ਸਮਰੱਥਾ ਦਿਖਾਉਂਦਾ ਕਿ ਤੁਸੀਂ ਕਰ ਸਕਦੇ ਹੋ। ਗੁਰੂ ਦਿਖਾ ਰਿਹਾ ਨਾ ਆਪਾਂ ਸਮਰੱਥਾ, ਦੇਖੋ ਇਹ
ਕਿ ਮਾਇਆ ਦੇ ਪ੍ਰਭਾਵ ਤੋਂ ਆਪਾਂ ਉੱਚੇ, ਜਿਸ ਆਪ ਵਿਖਾਲੇ ਸੋ ਵੇਖੈ ਕੋਈ, ਉਹੀ ਵੇਖਦਾ ਜਿਸ ਨੂੰ ਇਹ ਰਸਤਾ ਪ੍ਰਮਾਤਮਾ ਗੁਰੂ ਆਪ ਦਿਖਾਉਂਦਾ ਹੈ। ਇਸ ਲਈ ਸਾਨੂੰ ਗੁਰੂ ਦੀ ਲੋੜ ਹੈ। ਸਾਨੂੰ ਆਪ ਰਸਤੇ ਦਾ ਨਹੀਂ ਪਤਾ ਲੱਗਦਾ, ਸਾਨੂੰ ਗੁਰੂ ਦੀ ਬਹੁਤ ਲੋੜ ਹੈ, ਗੁਰੂ ਅਨੁਸਾਰ ਕਹਿਣਾ ਮੰਨਣ ਦੀ, ਤਾਂ ਜੋ ਅਸੀਂ ਵੀ ਮਾਇਆ ਦੇ ਪ੍ਰਭਾਵ ਤੋਂ ਉੱਚੇ, ਬੋਲੋ ਭਾਈ, ਕਿਉਂ ਸੋ ਜਾਂਦੇ ਹੋ, ਉੱਠ ਸਕੀਏ। ਨਾਨਕ ਨਾਮ ਵਸੈ ਘਟ ਅੰਤਰ, ਨਾਨਕ ਜੀ ਕਹਿੰਦੇ ਨੇ ਇਹ ਜਿਹੜਾ ਨਾਮ ਹੈ ਨਾ, ਨਿਯਮ ਨੇ, ਹੁਕਮ ਹੈ, ਪਰਮਾਤਮਾ ਦੀ ਸਿੱਖਿਆ ਹੈ, ਜਾਂ ਨਾਮ ਮਤਲਬ ਪਰਮਾਤਮਾ ਹੀ ਤੇਰੇ ਅੰਦਰ ਘਟ, ਤੇਰੇ ਅੰਦਰ ਵਸਿਆ ਹੋਇਆ ਹੈ। ਵਸੈ ਘਟ ਅੰਤਰ, ਤੇਰੇ ਇਸ ਸਰੀਰ, ਇਸ ਆਤਮਾ, ਇਸ ਦਿਮਾਗ, ਇਸ ਮਨ ਦੇ ਅੰਦਰ, ਹਿਰਦੇ ਵਿੱਚ ਵਸਿਆ ਹੋਇਆ ਹੈ। ਆਪੇ ਵੇਖ ਵਿਖਾਲਨਿਆ, ਪਰਮਾਤਮਾ ਗੁਰੂ ਫਿਰ ਉਸ ਨੂੰ ਅੰਦਰ ਆਪ ਹੀ ਵਿਖਾ ਦਿੰਦਾ। ਸਾਰੀ ਕਹਾਣੀ ਹੈ, ਸਾਰਾ ਗਿਆਨ, ਸਾਰੀ ਕਹਾਣੀ ਪਰਮਾਤਮਾ ਆਪ ਹੀ ਦਿਖਾ ਦਿੰਦਾ ਹੈ, ਜੋ ਗੁਰੂ ਅਨੁਸਾਰ ਚੱਲਦੇ ਨੇ। ਧਿਆਨ ਦਈਏ, ਸਾਰਿਆਂ ਵਿੱਚ ਉਹ ਆਪੇ ਵਸ ਰਿਹਾ ਹੈ। ਇੱਕ ਦੂਜੇ ਨੂੰ ਦੇਣ ਦਾ ਨਜ਼ਰੀਆ ਬਣਾਈਏ, ਖਿੱਚ ਧੂ ਨਾ ਕਰੀਏ ਕਿਸੇ ਵੀ ਚੀਜ਼ ਦੀ। ਫਿਰ ਦੇਖਿਓ ਕਿਵੇਂ ਦਰਸ਼ਨ ਹੁੰਦੇ ਨੇ ਪਰਮਾਤਮਾ ਦੇ। ਪਰ ਸਮਾਂ ਲੱਗੂ, ਇੱਕ ਕਾਹਲੀ ਨਾ ਕਰੋ, ਰਿਜ਼ਲਟ ਕਦੀ ਕਾਹਲੀ ਨਾਲ ਨਹੀਂ ਆਉਂਦੇ। 20-20 ਸਾਲ 15-15 ਸਾਲ ਪੜ੍ਹਾਈਆਂ ਕਰਨੀਆਂ ਪੈਂਦੀਆਂ ਨੇ, ਫਿਰ ਇੱਕ ਲਾਸਟ ਸਟੇਜ 'ਤੇ ਆਉਂਦੇ ਹਾਂ। ਅਸੀਂ ਰੱਬ ਵਾਲੇ ਰਸਤੇ ਸੋਚਦੇ ਵੀ ਇੱਕ ਦਿਨ ਗੁਰਦੁਆਰੇ ਜਾ ਕੇ ਜਾਂ ਇੱਕ ਦਿਨ ਪਾਠ ਕਰਕੇ ਸਾਨੂੰ ਸਭ ਕੁਝ ਮਿਲ ਜਾਵੇ। ਇੱਦਾਂ ਪੋਸੀਬਿਲਿਟੀ ਨਹੀਂ ਹੈ। ਮਿਹਨਤ ਕਰੀਏ, ਦਿਲ ਤੋਂ ਕਰਾਂਗੇ, ਪ੍ਰਾਪਤੀ ਪੱਕਾ ਹੋਊਗੀ। ਗੁਰੂ ਸਾਨੂੰ ਗਰੰਟੀ ਦੇ ਰਹੇ ਨੇ। ਆਓ ਗੁਰੂ ਦੀਆਂ ਗੱਲਾਂ ਨੂੰ ਆਪਾਂ ਸਾਰੇ ਮਿਲ ਕੇ ਮੰਨੀਏ, ਇੱਕ ਦੂਜੇ ਨੂੰ ਮਜ਼ਬੂਤ ਕਰਨ ਵਿੱਚ ਇੱਕ ਦੂਜੇ ਦੀ ਹੈਲਪ ਕਰੀਏ, ਅਤੇ ਸਾਧ ਸੰਗਤ ਦਾ ਰੂਪ ਬਣੀਏ। ਸਾਧ ਸੰਗਤ ਉਹੀ ਸੰਗਤ ਹੈ ਜਿਹੜੀ ਇੱਕ ਦੂਜੇ ਨੂੰ ਚੰਗੇ ਰਸਤੇ ਤੋਰਨ ਵਿੱਚ ਸਾਥ ਦਿੰਦੀ ਹੈ, ਕਹਿੰਦੀ ਹੈ ਕਿ ਆਪਾਂ ਖੜ੍ਹੇ ਇੱਕ ਦੂਜੇ ਨਾਲ, ਉਹੀ ਸਾਧ ਸੰਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।